ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦਾ ਸਭ ਤੋਂ ਆਜ਼ਾਦ ਅਤੇ ਸ਼ਾਇਦ ਸਭ ਤੋਂ ਅਮੀਰ ਇਨਸਾਨ ਉਹ ਹੋ ਸਕਦਾ ਹੈ ਜਿਸ ਕੋਲ ਰਹਿਣ ਨੂੰ ਘਰ ਨਾ ਹੋਵੇ, ਪਹਿਨਣ ਨੂੰ ਢੰਗ ਦੇ ਕੱਪੜੇ ਨਾ ਹੋਣ ਅਤੇ ਜੋ ਸਮਾਜ ਦੀਆਂ ਨਜ਼ਰਾਂ ਵਿੱਚ ਇੱਕ ਫਕੀਰ ਜਾਂ ਪਾਗਲ ਹੋਵੇ। ਅੱਜ ਅਸੀਂ ਅਜਿਹੇ ਹੀ ਇਨਸਾਨ ਦੀ ਕਹਾਣੀ ਸੁਣਨ ਜਾ ਰਹੇ ਹਾਂ। ਇੱਕ ਅਜਿਹਾ ਦਾਰਸ਼ਨਿਕ ਜੋ ਇੱਕ ਵਿਸ਼ਾਲ ਮਿੱਟੀ ਦੇ ਮਟਕੇ ਵਿੱਚ ਰਹਿੰਦਾ ਸੀ, ਜਿਸ ਕੋਲ ਇੱਕ ਲਾਠੀ ਅਤੇ ਇੱਕ ਕਟੋਰੇ ਤੋਂ ਇਲਾਵਾ ਕੁਝ ਨਹੀਂ ਸੀ, ਅਤੇ ਜਿਸ ਨੇ ਦੁਨੀਆ ਦੇ ਸਭ ਤੋਂ ਮਹਾਨ ਸਮਰਾਟ ਸਿਕੰਦਰ ਮਹਾਨ ਨੂੰ ਵੀ ਕਹਿ ਦਿੱਤਾ ਸੀ, ਮੇਰੇ ਸਾਹਮਣੇ ਤੋਂ ਹਟ ਜਾਓ, ਤੁਸੀਂ ਮੇਰੀ ਧੁੱਪ ਰੋਕ ਰਹੇ ਹੋ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਗ੍ਰੀਸ ਦੇ ਮਹਾਨ ਅਤੇ ਵਿਦਰੋਹੀ ਦਾਰਸ਼ਨਿਕ ਡਾਇਓਜਨੀਸ ਦੀ। ਇਹ ਆਡੀਓ ਬੁੱਕ ਥੋੜੀ ਲੰਬੀ ਹੋਣ ਵਾਲੀ ਹੈ ਕਿਉਂਕਿ ਡਾਇਓਜਨੀਸ ਦੀ ਜ਼ਿੰਦਗੀ ਅਤੇ ਉਸ ਦੇ ਵਿਚਾਰ ਇੰਨੇ ਗਹਿਰੇ ਹਨ ਕਿ ਉਹਨਾਂ ਨੂੰ ਸਮਝਣ ਵਿੱਚ ਸਮਾਂ ਲੱਗਦਾ ਹੈ। ਕਿ ਮੇਰੀ ਤੁਹਾਡੇ ਤੋਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਪਹਿਲਾਂ ਹੀ ਕਿਤੇ ਸ਼ੇਅਰ ਕਰ ਦਿਓ ਜਾਂ ਸੇਵ ਕਰ ਲਓ ਤਾਂ ਜੋ ਤੁਸੀਂ ਇਸ ਨੂੰ ਆਪਣੀ ਸਹੂਲਤ ਨਾਲ ਛੋਟੇ-ਛੋਟੇ ਹਿੱਸਿਆਂ ਵਿੱਚ ਆਰਾਮ ਨਾਲ ਸੁਣ ਸਕੋ। ਤਾਂ ਚਲੋ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਇਹ ਸਫ਼ਰ ਅਤੇ ਜਾਣਦੇ ਹਾਂ ਉਸ ਇਨਸਾਨ ਦੀ ਕਹਾਣੀ ਜਿਸ ਨੇ ਸਾਨੂੰ ਸਿਖਾਇਆ ਕਿ ਅਸਲੀ ਆਜ਼ਾਦੀ ਬਾਹਰੀ ਚੀਜ਼ਾਂ ਵਿੱਚ ਨਹੀਂ ਸਗੋਂ ਸਾਡੇ ਅੰਦਰ ਹੁੰਦੀ ਹੈ। ਅਧਿਆਇ ਨੰਬਰ 1, ਇੱਕ ਅਮੀਰਜ਼ਾਦੇ ਦਾ ਬਾਗੀ ਬਣਨਾ। ਸੋਨੇ ਦੇ ਸਿੱਕਿਆਂ ਤੋਂ ਮਿੱਟੀ ਦੇ ਬਰਤਨ ਤੱਕ ਦਾ ਸਫ਼ਰ। ਅੱਜ ਅਸੀਂ ਜਿਸ ਡਾਇਓਜਨੀਸ ਨੂੰ ਇੱਕ ਬਾਗੀ, ਇੱਕ ਫਕੀਰ ਅਤੇ ਸਮਾਜ ਦੇ ਨਿਯਮਾਂ ਨੂੰ ਤੋੜਨ ਵਾਲੇ ਦਾਰਸ਼ਨਿਕ ਦੇ ਰੂਪ ਵਿੱਚ ਜਾਣਦੇ ਹਾਂ, ਉਹ ਹਮੇਸ਼ਾ ਤੋਂ ਅਜਿਹੇ ਨਹੀਂ ਸਨ। ਉਸ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ, ਜਿਸ ਵਿੱਚ ਇੱਕ ਅਮੀਰ ਅਤੇ ਇੱਜ਼ਤਦਾਰ ਪਰਿਵਾਰ ਦਾ ਮੁੰਡਾ ਹਾਲਾਤਾਂ ਦੇ ਕਾਰਨ ਸਭ ਕੁਝ ਗੁਆ ਦਿੰਦਾ ਹੈ ਅਤੇ ਫਿਰ ਇੱਕ ਨਵੇਂ ਰਾਹ ਤੇ ਨਿਕਲ ਪੈਂਦਾ ਹੈ ਜੋ ਦੁਨੀਆ ਨੂੰ ਹਮੇਸ਼ਾ ਲਈ ਬਦਲ ਦਿੰਦਾ ਹੈ। ਡਾਇਓਜਨੀਸ ਦਾ ਜਨਮ 4ਵੀਂ ਸਦੀ ਈਸਾ ਪੂਰਵ ਵਿੱਚ ਸਿਨੋਪ ਨਾਮ ਦੇ ਸ਼ਹਿਰ ਵਿੱਚ ਹੋਇਆ ਸੀ, ਜੋ ਅੱਜ ਦੇ ਤੁਰਕੀ ਵਿੱਚ ਹੈ। ਸਿਨੋਪ ਉਸ ਸਮੇਂ ਗ੍ਰੀਕ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਕੇਂਦਰ ਸੀ ਅਤੇ ਕਾਫੀ ਅਮੀਰ ਸ਼ਹਿਰ ਮੰਨਿਆ ਜਾਂਦਾ ਸੀ। ਡਾਇਓਜਨੀਸ ਦੇ ਪਿਤਾ ਹਿਸੇਸੀਅਸ ਇੱਕ ਬਹੁਤ ਪ੍ਰਮੁੱਖ ਬੈਂਕਰ ਸਨ। ਉਸ ਦਾ ਕੰਮ ਸੀ ਸ਼ਹਿਰ ਲਈ ਸਿੱਕੇ ਬਣਾਉਣਾ ਅਤੇ ਪੈਸਿਆਂ ਦਾ ਲੈਣ-ਦੇਣ ਸੰਭਾਲਣਾ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਡਾਇਓਜਨੀਸ ਦਾ ਬਚਪਨ ਕਿੰਨੀ ਸ਼ਾਨੋ-ਸ਼ੌਕਤ ਅਤੇ ਆਰਾਮ ਵਿੱਚ ਬੀਤਿਆ ਹੋਵੇਗਾ। ਉਸ ਕੋਲ ਦੌਲਤ ਸੀ, ਇੱਜ਼ਤ ਸੀ ਅਤੇ ਇੱਕ ਸੁਨਹਿਰੀ ਭਵਿੱਖ ਸੀ। ਉਸ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਉਹ ਚਾਹੁੰਦਾ ਤਾਂ ਆਪਣੇ ਪਿਤਾ ਦਾ ਕਾਰੋਬਾਰ ਸੰਭਾਲਦਾ ਅਤੇ ਇੱਕ ਆਰਾਮਦਾਇਕ ਜ਼ਿੰਦਗੀ ਜਿਉਂਦਾ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਦੀ ਜ਼ਿੰਦਗੀ ਵਿੱਚ ਭੂਚਾਲ ਤਾਂ ਆਇਆ ਜਦੋਂ ਉਸ ਦੇ ਪਿਤਾ ਤੇ ਅਤੇ ਕੁਝ ਕਹਾਣੀਆਂ ਮੁਤਾਬਕ ਖੁਦ ਡਾਇਓਜਨੀਸ ਤੇ ਵੀ ਇੱਕ ਬਹੁਤ ਗੰਭੀਰ ਇਲਜ਼ਾਮ ਲੱਗਾ। ਇਲਜ਼ਾਮ ਸੀ ਸਿੱਕਿਆਂ ਵਿੱਚ ਮਿਲਾਵਟ ਕਰਨ ਦਾ। ਉਸ ਜ਼ਮਾਨੇ ਵਿੱਚ ਸਿੱਕੇ ਸੋਨੇ ਜਾਂ ਚਾਂਦੀ ਦੇ ਹੁੰਦੇ ਸਨ ਅਤੇ ਉਹਨਾਂ ਦੀ ਕੀਮਤ ਉਹਨਾਂ ਵਿੱਚ ਲੱਗੀ ਧਾਤ ਤੋਂ ਹੁੰਦੀ ਸੀ। ਇਲਜ਼ਾਮ ਸੀ ਕਿ ਉਹਨਾਂ ਨੇ ਸਿੱਕਿਆਂ ਦੇ ਕਿਨਾਰਿਆਂ ਨੂੰ ਕੱਸਿਆ ਅਤੇ ਉਹਨਾਂ ਵਿੱਚੋਂ ਕੀਮਤੀ ਧਾਤ ਕੱਢ ਲਈ ਅਤੇ ਫਿਰ ਉਹਨਾਂ ਨੂੰ ਵਾਪਸ ਚੱਲਣ ਵਿੱਚ ਪਾ ਦਿੱਤਾ। ਇਹ ਇੱਕ ਬਹੁਤ ਅਹਿਮ ਅਪਰਾਧ ਸੀ, ਇੱਕ ਤਰ੍ਹਾਂ ਦਾ ਦੇਸ਼ਧਰੋਹ ਵਰਗਾ। ਇਸ ਅਪਰਾਧ ਦੀ ਸਜ਼ਾ ਸੀ ਸਮਾਜ ਤੋਂ ਬਹਿਸ਼ਕਾਰ ਤੇ ਦੇਸ਼ ਨਿਕਾਲਾ। ਅਚਾਨਕ ਇੱਕ ਹੀ ਝਟਕੇ ਵਿੱਚ ਡਾਇਓਜਨੀਸ ਅਤੇ ਉਸ ਦੇ ਪਿਤਾ ਨੇ ਸਭ ਕੁਝ ਗੁਆ ਦਿੱਤਾ। ਉਹਨਾਂ ਦੀ ਇੱਜ਼ਤ, ਉਹਨਾਂ ਦੀ ਦੌਲਤ, ਉਹਨਾਂ ਦਾ ਘਰ, ਸਭ ਕੁਝ ਉਹਨਾਂ ਤੋਂ ਖੋਹ ਲਿਆ ਗਿਆ। ਉਹਨਾਂ ਨੂੰ ਆਪਣੇ ਹੀ ਸ਼ਹਿਰ ਸਿਨੋਪ ਤੋਂ ਅਪਮਾਨਿਤ ਕਰਕੇ ਕੱਢ ਦਿੱਤਾ ਗਿਆ। ਤੁਸੀਂ ਕਲਪਨਾ ਕਰੋ ਉਸ ਨੌਜਵਾਨ ਦੀ ਹਾਲਤ ਜੋ ਕੱਲ ਤੱਕ ਮਹਿਲਾਂ ਵਰਗੇ ਘਰ ਵਿੱਚ ਰਹਿੰਦਾ ਸੀ। ਅੱਜ ਉਸ ਦੇ ਸਿਰ ਤੇ ਛੱਤ ਨਹੀਂ ਸੀ, ਜਿਸ ਨੂੰ ਲੋਕ ਇੱਜ਼ਤ ਨਾਲ ਵੇਖਦੇ ਸਨ। ਅੱਜ ਉਸ ਨੂੰ ਚੋਰ ਤੇ ਧੋਖੇਬਾਜ਼ ਕਹਿ ਕੇ ਦੁਤਕਾਰ ਰਹੇ ਸਨ। ਇਸ ਘਟਨਾ ਨੇ ਡਾਇਓਜਨੀਸ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ। ਉਸ ਦੇ ਸਾਹਮਣੇ ਦੋ ਰਾਹ ਸਨ, ਜਾਂ ਤਾਂ ਉਹ ਇਸ ਅਪਮਾਨ ਦੇ ਬੋਝ ਹੇਠ ਦਬ ਕੇ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ, ਜਾਂ ਫਿਰ ਇਸ ਘਟਨਾ ਨੂੰ ਇੱਕ ਸਬਕ ਵਜੋਂ ਲੈ ਕੇ ਇੱਕ ਨਵੀਂ ਸ਼ੁਰੂਆਤ ਕਰਦਾ। ਡਾਇਓਜਨੀਸ ਨੇ ਦੂਜਾ ਰਾਹ ਚੁਣਿਆ। ਕਹਿੰਦੇ ਹਨ ਇਸ ਮੁਸ਼ਕਿਲ ਸਮੇਂ ਵਿੱਚ ਉਹ ਡੇਲਫੀ ਦੇ ਮਸ਼ਹੂਰ ਮੰਦਿਰ ਗਿਆ ਜਿੱਥੇ ਦੇਵਵਾਣੀ ਹੁੰਦੀ ਸੀ। ਉਸਨੇ ਉੱਥੇ ਦੇ ਪੁਜਾਰੀ ਤੋਂ ਪੁੱਛਿਆ ਕਿ ਉਸ ਨੂੰ ਹੁਣ ਕੀ ਕਰਨਾ ਚਾਹੀਦਾ ਹੈ। ਉਸ ਨੂੰ ਜਵਾਬ ਮਿਲਿਆ, ਸਿੱਕਿਆਂ ਦਾ ਮੁੱਲ ਪਰਿਵਰਤਿਤ ਕਰੋ। ਸ਼ੁਰੂਆਤ ਵਿੱਚ ਡਾਇਓਜਨੀਸ ਨੂੰ ਲੱਗਾ ਕਿ ਸ਼ਾਇਦ ਉਸ ਨੂੰ ਫਿਰ ਤੋਂ ਉਹੀ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ ਜਿਸ ਕਾਰਨ ਉਹ ਬਰਬਾਦ ਹੋਇਆ ਸੀ, ਪਰ ਫਿਰ ਉਸ ਨੂੰ ਇਸ ਦਾ ਗਹਿਰਾ ਮਤਲਬ ਸਮਝ ਆਇਆ। ਦੇਵਵਾਣੀ ਦਾ ਅਸਲੀ ਮਤਲਬ ਸੀ ਸਮਾਜ ਦੇ ਮੁੱਲਾਂ ਨੂੰ ਪਰਿਵਰਤਿਤ ਕਰੋ, ਯਾਨੀ ਜਿਹੜੀਆਂ ਚੀਜ਼ਾਂ ਨੂੰ ਸਮਾਜ ਕੀਮਤੀ ਮੰਨਦਾ ਹੈ, ਜਿਵੇਂ ਪੈਸਾ, ਸ਼ੋਹਰਤ, ਤਾਕਤ, ਉਹਨਾਂ ਸਭ ਦੇ ਮਾਇਨੇ ਬਦਲ ਦਿਓ। ਉਹਨਾਂ ਸਥਾਪਿਤ ਮੰਨਤਾਵਾਂ ਅਤੇ ਪਰੰਪਰਾਵਾਂ ਤੇ ਸਵਾਲ ਉਠਾਓ ਜਿਨ੍ਹਾਂ ਨੂੰ ਲੋਕ ਅੱਖਾਂ ਬੰਦ ਕਰਕੇ ਮੰਨਦੇ ਆਏ ਹਨ। ਇਹ ਸਲਾਹ ਡਾਇਓਜਨੀਸ ਦੇ ਦਿਲ ਵਿੱਚ ਉਤਰ ਗਈ। ਉਹਨਾਂ ਨੂੰ ਸਮਝ ਆ ਗਿਆ ਕਿ ਜਿਸ ਪੈਸੇ ਅਤੇ ਇੱਜ਼ਤ ਲਈ ਲੋਕ ਮਰਦੇ ਹਨ, ਉਹ ਕਿੰਨੀ ਖੋਖਲੀ ਅਤੇ ਅਸਥਾਈ ਹੈ। ਇੱਕ ਹੀ ਪਲ ਵਿੱਚ ਇਹ ਸਭ ਉਹਨਾਂ ਤੋਂ ਛਿਨ ਲਿਆ ਗਿਆ ਸੀ। ਉਹਨਾਂ ਨੂੰ ਅਹਿਸਾਸ ਹੋਇਆ ਕਿ ਅਸਲੀ ਮੁੱਲ ਇਹਨਾਂ ਬਾਹਰੀ ਚੀਜ਼ਾਂ ਵਿੱਚ ਨਹੀਂ, ਸਗੋਂ ਇਨਸਾਨ ਦੇ ਚਰਿੱਤਰ, ਉਸ ਦੀ ਸਾਦਗੀ ਅਤੇ ਉਸ ਦੀ ਭੀਤਰੀ ਆਜ਼ਾਦੀ ਵਿੱਚ ਹੈ। ਇਹ ਉਹ ਪਲ ਸੀ ਜਦੋਂ ਇੱਕ ਅਮੀਰ ਬੈਂਕਰ ਦੇ ਬੇਟੇ ਦੀ ਮੌਤ ਹੋਈ ਅਤੇ ਇੱਕ ਮਹਾਨ ਦਾਰਸ਼ਨਿਕ ਦਾ ਜਨਮ ਹੋਇਆ। ਉਹਨਾਂ ਨੇ ਆਪਣੇ ਅਤੀਤ ਨੂੰ ਪਿੱਛੇ ਤਿਆਗ ਦਿੱਤਾ ਅਤੇ ਇੱਕ ਨਵੇਂ ਸਫ਼ਰ ਤੇ ਨਿਕਲ ਗਏ। ਉਹ ਏਥਨਸ ਆ ਗਏ ਜੋ ਉਸ ਸਮੇਂ ਗਿਆਨ ਅਤੇ ਦਰਸ਼ਨ ਦਾ ਸਭ ਤੋਂ ਮੁੱਖ ਕੇਂਦਰ ਸੀ, ਪਰ ਉਹ ਉੱਥੇ ਕਿਸੇ ਯੂਨੀਵਰਸਿਟੀ ਵਿੱਚ
ਪੜ੍ਹਨ ਜਾਂ ਕਿਸੇ ਗੁਰੂ ਤੋਂ ਗਿਆਨ ਲੈਣ ਨਹੀਂ ਗਏ ਸਨ। ਉਹ ਉੱਥੇ ਦੁਨੀਆ ਨੂੰ ਇੱਕ ਨਵਾਂ ਪਾਠ ਸਿਖਾਉਣ ਆਏ ਸਨ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਹੁਣ ਕਿਸੇ ਵੀ ਸਮਾਜਿਕ ਨਿਯਮ, ਕਿਸੇ ਵੀ ਪਰੰਪਰਾ ਜਾਂ ਕਿਸੇ ਵੀ ਦਿਖਾਵੇ ਨੂੰ ਨਹੀਂ ਮੰਨਣਗੇ। ਉਹ ਠੀਕ ਉਸੇ ਤਰ੍ਹਾਂ ਜਿਉਣਗੇ ਜਿਵੇਂ ਪ੍ਰਕਿਰਤੀ ਨੇ ਇਨਸਾਨ ਨੂੰ ਬਣਾਇਆ ਹੈ, ਬਿਨਾਂ ਕਿਸੇ ਲਾਗ ਲਪੇਟ ਦੇ, ਬਿਨਾਂ ਕਿਸੇ ਸ਼ਰਮ ਦੇ। ਸਿਨੋਪ ਤੋਂ ਕੱਢੇ ਜਾਣ ਤੋਂ ਬਾਅਦ ਇਸ ਅਪਮਾਨਿਤ ਅਤੇ ਬੇਗਰ ਇਨਸਾਨ ਨੇ ਉਹ ਕੀਤਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਉਸਨੇ ਆਪਣੇ ਅਪਮਾਨ ਨੂੰ ਹੀ ਆਪਣਾ ਸਭ ਤੋਂ ਮੁੱਖ ਹਥਿਆਰ ਬਣਾ ਲਿਆ। ਕਿਵੇਂ? ਇਹ ਅਸੀਂ ਜਾਣਾਂਗੇ ਅਗਲੇ ਅਧਿਆਇ ਵਿੱਚ। ਅਧਿਆਇ ਨੰਬਰ 2, ਏਥਨਸ ਦਾ ਆਵਾਰਾ ਫਕੀਰ। ਜਦੋਂ ਸਮਾਜ ਦੇ ਨਿਯਮਾਂ ਨੂੰ ਪੈਰਾਂ ਹੇਠ ਰੌਂਦ ਦਿੱਤਾ ਗਿਆ। ਜਦੋਂ ਡਾਇਓਜਨੀਸ ਏਥਨਸ ਪਹੁੰਚੇ ਤਾਂ ਉਹ ਕਿਸੇ ਹਾਰੇ ਹੋਏ ਇਨਸਾਨ ਵਾਂਗ ਨਹੀਂ ਸਨ। ਉਹਨਾਂ ਦੇ ਅੰਦਰ ਇੱਕ ਅੱਗ ਸੜ ਰਹੀ ਸੀ, ਸਮਾਜ ਦੇ ਪਾਖੰਡ ਅਤੇ ਝੂਠੇ ਮੁੱਲਾਂ ਨੂੰ ਬੇਨਕਾਬ ਕਰਨ ਦੀ ਅੱਗ। ਏਥਨਸ ਉਸ ਸਮੇਂ ਦੁਨੀਆ ਦਾ ਸਭ ਤੋਂ ਸਭਿਅਕ ਅਤੇ ਸੁਸੰਸਕ੍ਰਿਤ ਸ਼ਹਿਰ ਮੰਨਿਆ ਜਾਂਦਾ ਸੀ। ਉੱਥੇ ਮਹਾਨ ਦਾਰਸ਼ਨਿਕ ਸਨ, ਜਿਵੇਂ ਪਲੇਟੋ, ਜਿਸ ਦੀ ਅਕਾਦਮੀ ਵਿੱਚ ਦੂਰ-ਦੂਰ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਸਨ। ਹਰ ਪਾਸੇ ਗਿਆਨ, ਕਲਾ ਅਤੇ ਸਿਆਸਤ ਦੀਆਂ ਗੱਲਾਂ ਹੁੰਦੀਆਂ ਸਨ। ਪਰ ਡਾਇਓਜਨੀਸ ਨੂੰ ਇਸ ਚਮਕ-ਦਮਕ ਦੇ ਪਿੱਛੇ ਅੰਧੇਰਾ ਸਾਫ਼ ਦਿਖਾਈ ਦੇ ਉਹਨਾਂ ਨੂੰ ਦਿਖ ਰਿਹਾ ਸੀ ਕਿ ਲੋਕ ਕਿਵੇਂ ਧਨ, ਦੌਲਤ, ਸ਼ੋਹਰਤ ਅਤੇ ਤਾਕਤ ਦੇ ਪਿੱਛੇ ਪਾਗਲ ਹਨ। ਕਿਵੇਂ ਲੋਕ ਗਿਆਨ ਦੀਆਂ ਗੱਲਾਂ ਤਾਂ ਕਰਦੇ ਹਨ, ਪਰ ਉਹਨਾਂ ਦੀ ਜ਼ਿੰਦਗੀ ਵਿੱਚ ਸਾਦਗੀ ਅਤੇ ਸੱਚਾਈ ਦਾ ਨਾਮੋ ਨਿਸ਼ਾਨ ਨਹੀਂ ਹੈ। ਉਹ ਕਹਿੰਦੇ ਕੁਝ ਹੋਰ ਸਨ ਅਤੇ ਕਰਦੇ ਕੁਝ ਹੋਰ ਸਨ। ਇਹ ਪਾਖੰਡ ਡਾਇਓਜਨੀਸ ਨੂੰ ਬਰਦਾਸ਼ਤ ਨਹੀਂ ਹੋਇਆ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਹਨਾਂ ਲੋਕਾਂ ਨੂੰ ਆਇਨਾ ਵਿਖਾਉਣਗੇ, ਪਰ ਬੋਲ ਕੇ ਨਹੀਂ, ਸਗੋਂ ਆਪਣੇ ਜਿਉਣ ਦੇ ਤਰੀਕੇ ਨਾਲ। ਉਹਨਾਂ ਨੇ ਸਭ ਤੋਂ ਪਹਿਲਾਂ ਸਮਾਜ ਦੇ ਸਭ ਤੋਂ ਮੁੱਖ ਪ੍ਰਤੀਕ ਯਾਨੀ ਕਰ ਨੂੰ ਤਿਆਗ ਦਿੱਤਾ। ਉਹ ਕਿਸੇ ਕਿਰਾਏ ਦੇ ਮਕਾਨ ਜਾਂ ਚੌਂਪੜੀ ਵਿੱਚ ਨਹੀਂ, ਸਗੋਂ ਬਾਜ਼ਾਰ ਦੇ ਵਿਚਕਾਰ ਰੱਖੇ ਇੱਕ ਵਿਸ਼ਾਲ ਮਿੱਟੀ ਦੇ ਮਟਕੇ ਵਿੱਚ ਰਹਿਣ ਲੱਗੇ। ਇਸ ਨੂੰ ਯੂਨਾਨੀ ਭਾਸ਼ਾ ਵਿੱਚ ਪਿਥੋਸ ਕਹਿੰਦੇ ਸਨ। ਇਹ ਕੋਈ ਛੋਟਾ-ਮੋਟਾ ਮਟਕਾ ਨਹੀਂ ਸੀ, ਸਗੋਂ ਇੰਨਾ ਵਿਸ਼ਾਲ ਸੀ ਕਿ ਇੱਕ ਇਨਸਾਨ ਉਸ ਵਿੱਚ ਆਰਾਮ ਨਾਲ ਸੌਂ ਸਕਦਾ ਸੀ। ਇਹ ਉਸ ਦਾ ਮਹਿਲ ਸੀ, ਉਸ ਦੀ ਦੁਨੀਆ ਸੀ। ਉਹਨਾਂ ਨੇ ਕੱਪੜਿਆਂ ਦੇ ਨਾਮ ਤੇ ਸਿਰਫ ਇੱਕ ਮੋਟਾ ਜਿਹਾ ਚੋਗਾ ਪਹਿਨਣਾ ਸ਼ੁਰੂ ਕੀਤਾ, ਜੋ ਉਹਨਾਂ ਨੂੰ ਸਰਦੀ, ਗਰਮੀ, ਬਰਸਾਤ ਹਰ ਮੌਸਮ ਵਿੱਚ ਬਚਾਉਂਦਾ ਸੀ। ਉਹਨਾਂ ਕੋਲ ਸੰਪਤੀ ਦੇ ਨਾਮ ਤੇ ਸਿਰਫ ਇੱਕ ਕਾਠ ਦੀ ਲਾਠੀ ਸੀ, ਜੋ ਉਹਨਾਂ ਨੂੰ ਚੱਲਣ ਵਿੱਚ ਸਹਾਰਾ ਦਿੰਦੀ ਸੀ ਅਤੇ ਆਵਾਰਾ ਕੁੱਤਿਆਂ ਤੋਂ ਬਚਾਉਂਦੀ ਸੀ, ਅਤੇ ਇੱਕ ਕਾਠ ਦਾ ਕਟੋਰਾ ਸੀ ਜਿਸ ਵਿੱਚ ਉਹ ਖਾਣਾ ਖਾਂਦੇ ਅਤੇ ਪਾਣੀ ਪੀਂਦੇ ਸਨ। ਉਹਨਾਂ ਦੀ ਕੁੱਲ ਸੰਪਤੀ ਬਸ ਇੰਨੀ ਹੀ ਸੀ। ਉਹ ਪੂਰੀ ਤਰ੍ਹਾਂ ਆਤਮਨਿਰਭਰ ਸਨ। ਉਹਨਾਂ ਨੂੰ ਕਿਸੇ ਚੀਜ਼ ਲਈ ਕਿਸੇ ਤੇ ਨਿਰਭਰ ਰਹਿਣ ਦੀ ਲੋੜ ਨਹੀਂ ਸੀ। ਇੱਕ ਦਿਨ ਉਹਨਾਂ ਨੇ ਇੱਕ ਬੱਚੇ ਨੂੰ ਆਪਣੇ ਹੱਥਾਂ ਨਾਲ ਅੰਜੁਲੀ ਬਣਾ ਕੇ ਪਾਣੀ ਪੀਂਦੇ ਹੋਏ ਵੇਖਿਆ। ਇਹ ਵੇਖ ਕੇ ਡਾਇਓਜਨੀਸ ਨੂੰ ਆਤਮਗਲਾਨੀ ਹੋਈ। ਉਹਨਾਂ ਨੇ ਸੋਚਿਆ, ਇਹ ਬੱਚਾ ਤਾਂ ਮੇਰੇ ਤੋਂ ਵੀ ਜ਼ਿਆਦਾ ਸਾਦਗੀ ਨਾਲ ਜੀ ਰਿਹਾ ਹੈ। ਇਸ ਨੂੰ ਪਾਣੀ ਪੀਣ ਲਈ ਕਟੋਰੇ ਦੀ ਵੀ ਲੋੜ ਨਹੀਂ। ਮੈਂ ਹੁਣ ਤੱਕ ਵਿਅਰਥ ਹੀ ਇਸ ਕਟੋਰੇ ਦਾ ਬੋਝ ਚੁੱਕ ਰਿਹਾ ਸੀ। ਇਹ ਸੋਚਦੇ ਹੀ ਉਹਨਾਂ ਨੇ ਆਪਣਾ ਉਹ ਕੀਮਤੀ ਕਾਠ ਦਾ ਕਟੋਰਾ ਵੀ ਫੈਂਕ ਦਿੱਤਾ। ਹੁਣ ਉਹਨਾਂ ਕੋਲ ਸਿਰਫ ਇੱਕ ਚੋਗਾ ਅਤੇ ਇੱਕ ਲਾਠੀ ਬਚੀ ਸੀ। ਯਹੀ ਉਹਨਾਂ ਦੀ ਪੂਰੀ ਦੁਨੀਆ ਸੀ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਅੱਜ ਦੇ ਸਮੇਂ ਵਿੱਚ ਕੋਈ ਅਜਿਹੀ ਜ਼ਿੰਦਗੀ ਜੀਵੇ? ਜੇ ਤੁਸੀਂ ਵੀ ਮੰਨਦੇ ਹੋ ਕਿ ਸੱਚੀ ਖੁਸ਼ੀ ਘੱਟ ਤੋਂ ਘੱਟ ਚੀਜ਼ਾਂ ਵਿੱਚ ਹੈ, ਤਾਂ ਕਮੈਂਟਸ ਵਿੱਚ ਸਾਦਗੀ ਜ਼ਰੂਰ ਲਿਖੀ। ਡਾਇਓਜਨੀਸ ਦਾ ਇਹ ਤਰੀਕਾ ਲੋਕਾਂ ਨੂੰ ਹੈਰਾਨ ਕਰਨ ਵਾਲਾ ਸੀ। ਉਹ ਸਰੇਆਮ ਬਾਜ਼ਾਰ ਵਿੱਚ ਖਾਂਦੇ ਸੌਂਦੇ ਅਤੇ ਆਪਣੇ ਸਾਰੇ ਕੰਮ ਕਰਦੇ ਸਨ। ਉਸ ਸਮੇਂ ਦੇ ਸਭਿਅਕ ਸਮਾਜ ਲਈ ਇਹ ਸਭ ਵੇਖਣਾ ਕਿਸੇ ਝਟਕੇ ਤੋਂ ਘੱਟ ਨਹੀਂ ਸੀ। ਲੋਕ ਉਹਨਾਂ ਨੂੰ ਪਾਗਲ, ਬੇਸ਼ਰਮ ਅਤੇ ਆਵਾਰਾ ਸਮਝਦੇ ਸਨ। ਬੱਚੇ ਉਹਨਾਂ ਨੂੰ ਵੇਖ ਕੇ ਪੱਥਰ ਮਾਰਦੇ ਸਨ ਅਤੇ ਹੋਰ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ। ਡਾਇਓਜਨੀਸ ਨੂੰ ਇਹਨਾਂ ਸਭ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਉਹ ਕਹਿੰਦੇ ਸਨ, ਕੁੱਤੇ ਵੀ ਤਾਂ ਸਰੇਆਮ ਸਭ ਕੁਝ ਕਰਦੇ ਹਨ, ਤਾਂ ਮੈਂ ਕਿਉਂ ਨਹੀਂ ਕਰ ਸਕਦਾ? ਮੈਂ ਤਾਂ ਬਸ ਪ੍ਰਕਿਰਤੀ ਦੇ ਨਿਯਮਾਂ ਦਾ ਪਾਲਣ ਕਰ ਰਿਹਾ ਹਾਂ। ਯਹੀਂ ਤੋਂ ਉਹਨਾਂ ਦੇ ਦਰਸ਼ਨ ਸਿਨੈਸਿਜ਼ਮ ਦਾ ਨਾਮ ਮਿਲਿਆ। ਸਿਨਿਕ ਸ਼ਬਦ ਯੂਨਾਨੀ ਸ਼ਬਦ ਕਾਨਿਕੋਸ ਤੋਂ ਆਇਆ ਹੈ, ਜਿਸ ਦਾ ਮਤਲਬ ਹੁੰਦਾ ਹੈ ਕੁੱਤੇ ਵਰਗਾ। ਡਾਇਓਜਨੀਸ ਖੁਦ ਨੂੰ ਗਰਵ ਨਾਲ ਡਾਇਓਜਨੀਸ ਦਾ ਡੌਗ ਯਾਨੀ ਕੁੱਤਾ ਡਾਇਓਜਨੀਸ ਕਹਿੰਦੇ ਸਨ। ਉਹਨਾਂ ਲਈ ਕੁੱਤਾ ਇੱਕ ਆਦਰਸ਼ ਪ੍ਰਾਣੀ ਸੀ, ਕਿਉਂਕਿ ਕੁੱਤਾ ਸਾਦਗੀ ਨਾਲ ਜਿਉਂਦਾ ਹੈ। ਉਸ ਨੂੰ ਧਨ ਦੌਲਤ ਦਾ ਕੋਈ ਲਾਲਚ ਨਹੀਂ ਹੁੰਦਾ। ਉਹ ਵਫਾਦਾਰ ਹੁੰਦਾ ਹੈ ਅਤੇ ਜੋ ਉਸ ਨੂੰ ਪਸੰਦ ਨਹੀਂ, ਉਸ ਤੇ ਭੌਂਕਣ ਤੋਂ ਡਰਦਾ ਨਹੀਂ। ਡਾਇਓਜਨੀਸ ਵੀ ਠੀਕ ਇਹੀ ਕਰ ਰਹੇ ਸਨ। ਉਹ ਸਮਾਜ ਦੇ ਪਾਖੰਡ ਤੇ ਭੌਂਕ ਰਹੇ ਸਨ। ਉਹ ਲੋਕਾਂ ਨੂੰ ਉਹਨਾਂ ਦੀ ਝੂਠੀ ਸ਼ਾਨੋ ਸ਼ੌਕਤ ਦਾ ਅਹਿਸਾਸ ਦਿਵਾ ਰਹੇ ਸਨ। ਉਹ ਜਾਣਬੁੱਝ ਕੇ ਅਜਿਹੇ ਕੰਮ ਕਰਦੇ ਜੋ ਲੋਕਾਂ ਨੂੰ ਅਸਹਿਜ ਕਰ ਦੇਣ, ਤਾਂ ਜੋ ਲੋਕ ਸੋਚਣ ਲਈ ਮਜਬੂਰ ਹੋਣ। ਜਿਵੇਂ ਉਹ ਕਦੇ-ਕਦਾਈ ਦਿਨ ਦੇ ਉਜਾਲੇ ਵਿੱਚ ਜਲਦੀ ਹੋਈ ਲਾਲਟਣ ਲੈ ਕੇ ਬਾਜ਼ਾਰ ਵਿੱਚ ਘੁੰਮਦੇ ਸਨ। ਜਦੋਂ ਲੋਕ ਉਹਨਾਂ ਤੋਂ ਪੁੱਛਦੇ ਕਿ ਉਹ ਕੀ ਕਰ ਰਹੇ ਹਨ, ਤਾਂ ਉਹ ਕਹਿੰਦੇ, ਮੈਂ ਇੱਕ ਇਮਾਨਦਾਰ ਆਦਮੀ ਦੀ ਤਲਾਸ਼ ਵਿੱਚ ਹਾਂ। ਉਹਨਾਂ ਦਾ ਇਹ ਕਹਿਣਾ ਪੂਰੇ ਏਥਨਸ ਦੇ ਸਮਾਜ ਤੇ ਇੱਕ ਤਮਾਚਾ ਸੀ। ਇਸ ਦਾ ਮਤਲਬ ਸੀ ਕਿ ਇਸ ਪੀੜ ਵਿੱਚ, ਇਸ ਤਥਾਕਥਿਤ ਸਭਿਅਕ ਸਮਾਜ ਵਿੱਚ ਉਹਨਾਂ ਨੂੰ ਇੱਕ ਵੀ ਸੱਚਾ ਅਤੇ ਇਮਾਨਦਾਰ ਇਨਸਾਨ ਨਹੀਂ ਮਿਲ ਰਿਹਾ ਸੀ। ਉਹਨਾਂ ਨੇ ਆਪਣੇ ਜਿਉਣ ਦੇ ਤਰੀਕੇ ਨੂੰ ਹੀ ਆਪਣਾ ਦਰਸ਼ਨ ਬਣਾ ਲਿਆ ਸੀ। ਪਰ ਇਹ ਦਰਸ਼ਨ ਸਿਰਫ ਦਿਖਾਵਾ ਨਹੀਂ ਸੀ। ਇਸ ਦੇ ਪਿੱਛੇ ਬਹੁਤ ਗਹਿਰੇ ਅਤੇ ਕ੍ਰਾਂਤੀਕਾਰੀ ਵਿਚਾਰ ਸਨ। ਕੀ ਸਨ ਉਹ ਵਿਚਾਰ ਜਿਨ੍ਹਾਂ ਨੇ ਡਾਇਓਜਨੀਸ ਨੂੰ
ਇੱਕ ਫਕੀਰ ਤੋਂ ਮਹਾਨ ਦਾਰਸ਼ਨਿਕ ਬਣਾ ਦਿੱਤਾ? ਇਸ ਸਵਾਲ ਦਾ ਜਵਾਬ ਸਾਨੂੰ ਮਿਲੇਗਾ ਅਗਲੇ ਅਧਿਆਇ ਵਿੱਚ। ਅਧਿਆਇ ਨੰਬਰ 3, ਕੁੱਤੇ ਦੀ ਤਰ੍ਹਾਂ ਜੀਓ। ਡਾਇਓਜਨੀਸ ਦੇ ਦਰਸ਼ਨ ਦਾ ਅਸਲੀ ਮਤਲਬ। ਡਾਇਓਜਨੀਸ ਦੀ ਜ਼ਿੰਦਗੀ, ਜਿਸ ਨੂੰ ਲੋਕ ਪਾਗਲਪਣ ਸਮਝਦੇ ਸਨ, ਅਸਲ ਵਿੱਚ ਉਹਨਾਂ ਦੇ ਗਹਿਰੇ ਦਰਸ਼ਨ ਦਾ ਇੱਕ ਜਿਉਂਦਾ ਜਾਗਦਾ ਉਦਾਹਰਣ ਸੀ। ਉਹਨਾਂ ਦੇ ਦਰਸ਼ਨ ਨੂੰ ਸਿਨੈਸਿਜ਼ਮ ਜਾਂ ਕੁਟਿਲਵਾਦ ਕਿਹਾ ਜਾਂਦਾ ਹੈ, ਪਰ ਇਸ ਦਾ ਅੱਜ ਦੇ ਸਿਨੀਕਲ ਹੋਣ, ਯਾਨੀ ਹਰ ਚੀਜ਼ ਵਿੱਚ ਨੁਕਸ ਕੱਢਣ ਵਾਲੇ ਨਜ਼ਰੀਏ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਡਾਇਓਜਨੀਸ ਲਈ ਸਿਨਿਕ ਹੋਣ ਦਾ ਮਤਲਬ ਸੀ ਪ੍ਰਕਿਰਤੀ ਦੇ ਅਨੁਸਾਰ ਜਿਉਣਾ ਅਤੇ ਸਮਾਜ ਵੱਲੋਂ ਬਣਾਏ ਸਾਰੇ ਝੂਠੇ ਨਿਯਮਾਂ, ਪਰੰਪਰਾਵਾਂ ਅਤੇ ਮੁੱਲਾਂ ਨੂੰ ਅਸਵੀਕਾਰ ਕਰ ਦੇਣਾ। ਉਹਨਾਂ ਦੇ ਦਰਸ਼ਨ ਦਾ ਮੂਲ ਮੰਤਰ ਸੀ ਸਾਦਗੀ, ਆਤਮ-ਨਿਰਭਰਤਾ ਅਤੇ ਨਿਰਲੱਜਤਾ। ਆਓ ਇਹਨਾਂ ਤਿੰਨਾਂ ਨੂੰ ਇੱਕ-ਇੱਕ ਕਰਕੇ ਸਮਝੀਏ। ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਸਿਧਾਂਤ ਸੀ ਪ੍ਰਕਿਰਤੀ ਦੇ ਅਨੁਸਾਰ ਜੀਵਨ। ਡਾਇਓਜਨੀਸ ਦਾ ਮੰਨਣਾ ਸੀ ਕਿ ਇਨਸਾਨ ਤਦੋਂ ਹੀ ਖੁਸ਼ ਅਤੇ ਆਜ਼ਾਦ ਰਹਿ ਸਕਦਾ ਹੈ ਜਦੋਂ ਉਹ ਪ੍ਰਕਿਰਤੀ ਦੇ ਬਣਾਏ ਨਿਯਮਾਂ ਤੇ ਚੱਲੇ, ਨਾ ਕਿ ਸਮਾਜ ਦੇ। ਸਮਾਜ ਸਾਨੂੰ ਕੀ ਸਿਖਾਉਂਦਾ ਹੈ? ਚੰਗਾ ਘਰ ਬਣਾਓ, ਖੂਬ ਪੈਸਾ ਕਮਾਓ, ਮਹਿੰਗੇ ਕੱਪੜੇ ਪਹਿਨੋ, ਵਿਸ਼ਾਲ ਵਾਹਨ ਖਰੀਦੋ, ਸਮਾਜ ਵਿੱਚ ਉੱਚਾ ਪਦ ਹਾਸਲ ਕਰੋ। ਡਾਇਓਜਨੀਸ ਦੇ ਅਨੁਸਾਰ ਇਹ ਸਾਰੀਆਂ ਚੀਜ਼ਾਂ ਅਪ੍ਰਾਕ੍ਰਿਤਕ ਹਨ ਅਤੇ ਇਨਸਾਨ ਨੂੰ ਦੁੱਖਾਂ ਅਤੇ ਚਿੰਤਾਵਾਂ ਦੇ ਜਾਲ ਵਿੱਚ ਫਸਾ ਦਿੰਦੀਆਂ ਹਨ। ਤੁਸੀਂ ਖੁਦ ਸੋਚੋ, ਜਦੋਂ ਤੁਹਾਡੇ ਕੋਲ ਇੱਕ ਵਿਸ਼ਾਲ ਘਰ ਹੁੰਦਾ ਹੈ ਤਾਂ ਤੁਹਾਨੂੰ ਉਸ ਦੀ ਸੁਰੱਖਿਆ ਦੀ ਚਿੰਤਾ ਹੁੰਦੀ ਹੈ। ਜਦੋਂ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੁੰਦਾ ਹੈ ਤਾਂ ਤੁਹਾਨੂੰ ਉਸ ਨੂੰ ਗੁਆਉਣ ਦਾ ਡਰ ਸਤਾਉਂਦਾ ਹੈ। ਜਦੋਂ ਤੁਸੀਂ ਇੱਕ ਉੱਚੇ ਪਦ ਤੇ ਹੁੰਦੇ ਹੋ ਤਾਂ ਤੁਹਾਨੂੰ ਹਮੇਸ਼ਾ ਉਸ ਨੂੰ ਬਣਾਈ ਰੱਖਣ ਦਾ ਤਣਾਅ ਰਹਿੰਦਾ ਹੈ। ਡਾਇਓਜਨੀਸ ਕਹਿੰਦੇ ਸਨ ਕਿ ਇਹਨਾਂ ਸਭ ਚੀਜ਼ਾਂ ਦੀ ਇੱਛਾ ਕਰਨਾ ਹੀ ਦੁੱਖਾਂ ਦਾ ਮੂਲ ਹੈ। ਪ੍ਰਕਿਰਤੀ ਨੂੰ ਵੇਖੋ, ਜਾਨਵਰਾਂ ਨੂੰ ਵੇਖੋ। ਕੀ ਇੱਕ ਚਿੜੀ ਨੂੰ ਆਲੀਸ਼ਾਨ ਘੋਂਸਲੇ ਦੀ ਚਿੰਤਾ ਹੁੰਦੀ ਹੈ? ਕੀ ਇੱਕ ਸ਼ੇਰ ਨੂੰ ਸੋਨੇ ਦੇ ਸਿੰਘਾਸਣ ਦੀ ਇੱਛਾ ਹੁੰਦੀ ਹੈ? ਨਹੀਂ, ਉਹ ਬਸ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਅਤੇ ਮਸਤ ਰਹਿੰਦੇ ਹਨ। ਡਾਇਓਜਨੀਸ ਦਾ ਮੰਨਣਾ ਸੀ ਕਿ ਇਨਸਾਨ ਨੂੰ ਵੀ ਇਸੇ ਤਰ੍ਹਾਂ ਜਿਉਣਾ ਚਾਹੀਦਾ ਹੈ। ਆਪਣੀਆਂ ਬੁਨਿਆਦੀ ਜ਼ਰੂਰਤਾਂ ਯਾਨੀ ਰੋਟੀ, ਕੱਪੜੇ ਅਤੇ ਮਕਾਨ, ਉਹਨਾਂ ਦੇ ਮਾਮਲੇ ਵਿੱਚ ਇੱਕ ਮਟਕਾ ਪੂਰੀ ਕਰੋ ਅਤੇ ਬਾਕੀ ਸਭ ਮੋਹ-ਮਾਇਆ ਤਿਆਗ ਦਿਓ। ਉਹਨਾਂ ਦਾ ਮੰਨਣਾ ਸੀ ਕਿ ਸਮਾਜ ਨੇ ਸਾਨੂੰ ਸ਼ਰਮ, ਹਿਆ, ਲਾਲਚ ਅਤੇ ਘਮੰਡ ਵਰਗੀਆਂ ਭਾਵਨਾਵਾਂ ਸਿਖਾਈਆਂ ਹਨ ਜੋ ਸਾਨੂੰ ਪ੍ਰਕਿਰਤੀ ਤੋਂ ਦੂਰ ਲੈ ਜਾਂਦੀਆਂ ਹਨ। ਉਹਨਾਂ ਦੇ ਦਰਸ਼ਨ ਦਾ ਦੂਜਾ ਸਤੰਭ ਸੀ ਆਤਮ-ਨਿਰਭਰਤਾ, ਜਿਸ ਨੂੰ ਯੂਨਾਨੀ ਭਾਸ਼ਾ ਵਿੱਚ ਔਟਾਰਕੀ ਕਹਿੰਦੇ ਹਨ। ਇਸ ਦਾ ਮਤਲਬ ਹੈ ਆਪਣੇ ਆਪ ਵਿੱਚ ਪੂਰਨ ਹੋਣਾ, ਕਿਸੇ ਵੀ ਬਾਹਰੀ ਚੀਜ਼ ਜਾਂ ਇਨਸਾਨ ਤੇ ਆਪਣੀ ਖੁਸ਼ੀ ਲਈ ਨਿਰਭਰ ਨਾ ਰਹਿਣਾ। ਡਾਇਓਜਨੀਸ ਦਾ ਮੰਨਣਾ ਸੀ ਕਿ ਜਦੋਂ ਤੱਕ ਤੁਸੀਂ ਆਪਣੀ ਖੁਸ਼ੀ ਲਈ ਦੂਜਿਆਂ ਦੀ ਤਾਰੀਫ, ਸਮਾਜ ਦੀ ਸਵੀਕ੍ਰਿਤੀ, ਧਨ-ਦੌਲਤ ਜਾਂ ਰਿਸ਼ਤਿਆਂ ਤੇ ਨਿਰਭਰ ਰਹੋਗੇ, ਤਦੋਂ ਤੱਕ ਤੁਸੀਂ ਗੁਲਾਮ ਹੋ। ਅਸਲੀ ਆਜ਼ਾਦੀ ਤਦੋਂ ਮਿਲਦੀ ਹੈ ਜਦੋਂ ਤੁਹਾਨੂੰ ਇਹਨਾਂ ਸਭ ਚੀਜ਼ਾਂ ਤੋਂ ਕੋਈ ਫਰਕ ਪੈਣਾ ਬੰਦ ਹੋ ਜਾਵੇ। ਕੋਈ ਤੁਹਾਡੀ ਤਾਰੀਫ ਕਰੇ ਜਾਂ ਬੁਰਾਈ, ਕੋਈ ਤੁਹਾਨੂੰ ਸਨਮਾਨ ਦੇਵੇ ਜਾਂ ਅਪਮਾਨ, ਤੁਹਾਡੀ ਭੀਤਰੀ ਸ਼ਾਂਤੀ ਭੰਗ ਨਹੀਂ ਹੋਣੀ ਚਾਹੀਦੀ। ਡਾਇਓਜਨੀਸ ਨੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਉਤਾਰਿਆ ਸੀ। ਉਹਨਾਂ ਨੂੰ ਨਾ ਤਾਂ ਸਿਕੰਦਰ ਵਰਗੇ ਸਮਰਾਟ ਦੀ ਪਰਵਾਹ ਸੀ, ਨਾ ਹੀ ਆਮ ਲੋਕਾਂ ਦੇ ਤਾਹਨਿਆਂ ਦੀ। ਉਹ ਆਪਣੀ ਖੁਸ਼ੀ ਲਈ ਪੂਰੀ ਤਰ੍ਹਾਂ ਆਤਮ-ਨਿਰਭਰ ਸਨ। ਉਹਨਾਂ ਦੀ ਖੁਸ਼ੀ ਦਾ ਸਰੋਤ ਉਹਨਾਂ ਦੇ ਅੰਦਰ ਸੀ, ਬਾਹਰ ਦੀ ਦੁਨੀਆ ਵਿੱਚ ਨਹੀਂ। ਇਹ ਇੱਕ ਬਹੁਤ ਅਹਿਮ ਅਤੇ ਮੁਸ਼ਕਿਲ ਸਾਧਨਾ ਹੈ। ਅਸੀਂ ਸਭ ਕਿਤੇ ਨਾ ਕਿਤੇ ਦੂਜਿਆਂ ਦੀ ਰਾਏ ਦੇ ਗੁਲਾਮ ਹੁੰਦੇ ਹਾਂ। ਅਸੀਂ ਕੱਪੜੇ ਵੀ ਪਹਿਨਦੇ ਹਾਂ ਤਾਂ ਸੋਚਦੇ ਹਾਂ ਕਿ ਲੋਕ ਕੀ ਕਹਿਣਗੇ। ਅਸੀਂ ਕੋਈ ਕੰਮ ਕਰਦੇ ਹਾਂ ਤਾਂ ਸੋਚਦੇ ਹਾਂ ਕਿ ਸਮਾਜ ਕੀ ਸੋਚੇਗਾ। ਡਾਇਓਜਨੀਸ ਸਾਨੂੰ ਇਸੇ ਗੁਲਾਮੀ ਤੋਂ ਆਜ਼ਾਦ ਹੋਣ ਦਾ ਰਾਹ ਵਿਖਾਉਂਦੇ ਹਨ। ਉਹਨਾਂ ਦੇ ਦਰਸ਼ਨ ਦਾ ਤੀਜਾ ਅਤੇ ਸਭ ਤੋਂ ਵਿਵਾਦਾਸਪਦ ਹਿੱਸਾ ਸੀ ਨਿਰਲੱਜਤਾ ਜਾਂ ਅਨੇਡੀਆ। ਇਸ ਦਾ ਮਤਲਬ ਸੀ ਸਮਾਜਿਕ ਸ਼ਰਮ ਅਤੇ ਹਿਆ ਦੇ ਨਿਯਮਾਂ ਨੂੰ ਜਾਣਬੁੱਝ ਕੇ ਖਤਮ ਕਰਨਾ। ਡਾਇਓਜਨੀਸ ਦਾ ਮੰਨਣਾ ਸੀ ਕਿ ਸ਼ਰਮ ਇੱਕ ਝੂਠੀ ਭਾਵਨਾ ਹੈ ਜੋ ਸਮਾਜ ਨੇ ਸਾਨੂੰ ਸਿਖਾਈ ਹੈ ਤਾਂ ਜੋ ਅਸੀਂ ਉਸ ਦੇ ਬਣਾਏ ਨਿਯਮਾਂ ਵਿੱਚ ਬੱਝੇ ਰਹੀਏ। ਉਹ ਕਹਿੰਦੇ ਸਨ ਕਿ ਜੋ ਕੰਮ ਅਕੇਲੇ ਵਿੱਚ ਕਰਨਾ ਸਹੀ ਹੈ, ਉਸ ਨੂੰ ਸਭ ਦੇ ਸਾਹਮਣੇ ਕਰਨ ਵਿੱਚ ਕੋਈ ਬੁਰਾਈ ਨਹੀਂ ਹੈ। ਇਸ ਲਈ ਉਹ ਸਰੇਆਮ ਬਾਜ਼ਾਰ ਵਿੱਚ ਖਾਣਾ ਖਾਂਦੇ ਸਨ, ਜੋ ਉਸ ਸਮੇਂ ਬਹੁਤ ਬੁਰਾ ਮੰਨਿਆ ਜਾਂਦਾ ਸੀ। ਉਹ ਲੋਕਾਂ ਦੇ ਵਿਆਖਿਆਨਾਂ ਦੇ ਵਿਚਕਾਰ ਜਾ ਕੇ ਖਾਣਾ ਖਾਣ ਲੱਗਦੇ ਸਨ ਤਾਂ ਜੋ ਲੋਕਾਂ ਦਾ ਧਿਆਨ ਇਸ ਗੱਲ ਤੇ ਜਾਵੇ ਕਿ ਗਿਆਨ ਤੋਂ ਜ਼ਿਆਦਾ ਜ਼ਰੂਰੀ ਪੇਟ ਭਰਨਾ ਹੈ। ਉਹਨਾਂ ਦਾ ਇਹ ਤਰੀਕਾ ਲੋਕਾਂ ਨੂੰ ਚੌਂਕਾਉਣ ਵਾਲਾ ਅਤੇ ਅਪਮਾਨਜਨਕ ਲੱਗਦਾ ਸੀ, ਪਰ ਡਾਇਓਜਨੀਸ ਦਾ ਮਕਸਦ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ। ਉਹਨਾਂ ਦਾ ਮਕਸਦ ਸੀ ਲੋਕਾਂ ਨੂੰ ਉਹਨਾਂ ਦੀ ਗਹਿਰੀ ਨੀਂਦ ਤੋਂ ਜਗਾਉਣਾ। ਉਹ ਇੱਕ ਤਰ੍ਹਾਂ ਦੀ ਸ਼ੌਕ ਥੈਰੇਪੀ ਦਾ ਇਸਤੇਮਾਲ ਕਰ ਰਹੇ ਸਨ ਤਾਂ ਜੋ ਲੋਕ ਸੋਚਣ ਲਈ ਮਜਬੂਰ ਹੋਣ ਕਿ ਅਸੀਂ ਜਿਨ੍ਹਾਂ ਨਿਯਮਾਂ ਅਤੇ ਪਰੰਪਰਾਵਾਂ ਨੂੰ ਬਿਨਾਂ ਸੋਚੇ ਸਮਝੇ ਮੰਨ ਰਹੇ ਹਾਂ, ਕੀ ਉਹ ਸੱਚਮੁੱਚ ਜ਼ਰੂਰੀ ਹਨ ਜਾਂ ਉਹ ਸਿਰਫ ਸਾਨੂੰ ਬੰਨ੍ਹਣ ਵਾਲੀਆਂ ਜੰਜੀਰਾਂ ਹਨ। ਡਾਇਓਜਨੀਸ ਦਾ ਦਰਸ਼ਨ ਸਿਰਫ ਕਿਤਾਬੀ ਗਿਆਨ ਨਹੀਂ ਸੀ, ਇਹ ਇੱਕ ਜੀਵਨ ਸ਼ੈਲੀ ਸੀ, ਇੱਕ ਕ੍ਰਾਂਤੀ ਸੀ। ਉਹਨਾਂ ਨੇ ਦੁਨੀਆ ਨੂੰ ਵਿਖਾਇਆ ਕਿ ਬਿਨਾਂ ਧਨ-ਦੌਲਤ ਅਤੇ ਬਿਨਾਂ ਸਮਾਜਿਕ ਸਨਮਾਨ ਦੇ ਵੀ ਇੱਕ ਇਨਸਾਨ ਪੂਰੀ ਤਰ੍ਹਾਂ ਖੁਸ਼, ਆਜ਼ਾਦ ਅਤੇ ਸ਼ਕਤੀਸ਼ਾਲੀ ਹੋ ਸਕਦਾ ਹੈ। ਪਰ ਸਿਰਫ ਗੱਲਾਂ ਕਰਨਾ ਅਤੇ ਉਹਨਾਂ ਤੇ ਅਮਲ ਕਰਨਾ ਦੋ ਵੱਖਰੀਆਂ ਗੱਲਾਂ ਹਨ। ਡਾਇਓਜਨੀਸ ਨੇ ਆਪਣੇ ਇਸ ਕਠਿਨ ਦਰਸ਼ਨ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਿਵੇਂ ਉਤਾਰਿਆ?
ਉਹਨਾਂ ਦੇ ਉਸ ਅਜੀਬੋ-ਗਰੀਬ ਮਟਕੇ ਵਾਲੇ ਘਰ ਵਿੱਚ ਉਹਨਾਂ ਦੀ ਜ਼ਿੰਦਗੀ ਅਸਲ ਵਿੱਚ ਕਿਹੋ ਜਿਹੀ ਸੀ। ਇਸ ਦਾ ਖੁਲਾਸਾ ਹੋਵੇਗਾ ਅਗਲੇ ਅਧਿਆਇ ਵਿੱਚ। ਅਧਿਆਇ ਨੰਬਰ 4, ਮਟਕੀ ਵਾਲਾ ਬਾਬਾ, ਦੁਨੀਆ ਦੇ ਸਭ ਤੋਂ ਅਜੀਬ ਘਰ ਦੀ ਕਹਾਣੀ। ਡਾਇਓਜਨੀਸ ਦੇ ਦਰਸ਼ਨ ਨੂੰ ਸਮਝਣ ਲਈ ਉਹਨਾਂ ਦੀ ਜ਼ਿੰਦਗੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਉਹਨਾਂ ਦੇ ਉਸ ਘਰ ਨੂੰ ਜੋ ਅਸਲ ਵਿੱਚ ਘਰ ਸੀ ਹੀ ਨਹੀਂ, ਜੋ ਐਥਨਸ ਦੇ ਐਗੋਰਾ ਯਾਨੀ ਮੁੱਖ ਬਾਜ਼ਾਰ ਦੇ ਨੇੜੇ ਇੱਕ ਵਿਸ਼ਾਲ ਸਿਰੈਮਿਕ ਦੇ ਜਾਰ ਜਾਂ ਮਟਕੇ ਵਿੱਚ ਰਹਿੰਦੇ ਸਨ। ਇਹ ਉਹਨਾਂ ਦਾ ਪਤਾ ਸੀ, ਉਹਨਾਂ ਦਾ ਮਹਿਲ ਸੀ। ਜ਼ਰਾ ਕਲਪਨਾ ਕਰੋ ਉਸ ਦ੍ਰਿਸ਼ ਦੀ। ਇੱਕ ਪਾਸੇ ਐਥਨਸ ਦੀਆਂ ਭਵਿੱਖ ਇਮਾਰਤਾਂ, ਬਾਜ਼ਾਰ ਦੀ ਚਹਿਲ-ਪਹਿਲ, ਸਜੇ-ਤਜੇ ਲੋਕ ਅਤੇ ਦੂਜੇ ਪਾਸੇ ਉਹਨਾਂ ਸਭ ਦੇ ਵਿਚਕਾਰ ਇੱਕ ਇਨਸਾਨ ਜੋ ਮਿੱਟੀ ਦੇ ਇੱਕ ਵਿਸ਼ਾਲ ਬਰਤਨ ਵਿੱਚ ਰਹਿ ਰਿਹਾ ਹੈ। ਇਹ ਆਪਣੇ ਆਪ ਵਿੱਚ ਸਮਾਜ ਦੇ ਮੂੰਹ ਤੇ ਇੱਕ ਤਮਾਚਾ ਸੀ। ਉਹਨਾਂ ਦਾ ਇਹ ਮਟਕਾ ਇਸ ਗੱਲ ਦਾ ਪ੍ਰਤੀਕ ਸੀ ਕਿ ਇਨਸਾਨ ਨੂੰ ਜਿਉਣ ਲਈ ਕਿੰਨੀ ਘੱਟ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਅਸੀਂ ਆਪਣੀ ਪੂਰੀ ਜ਼ਿੰਦਗੀ ਇੱਕ ਵਿਸ਼ਾਲ ਘਰ ਬਣਾਉਣ ਅਤੇ ਸਜਾਉਣ ਵਿੱਚ ਲਗਾ ਦਿੰਦੇ ਹਾਂ, ਅਤੇ ਉਹ ਇੱਕ ਮਟਕੇ ਵਿੱਚ ਰਹਿ ਕੇ ਵੀ ਸਾਡੇ ਨਾਲੋਂ ਜ਼ਿਆਦਾ ਸੰਤੁਸ਼ਟ ਅਤੇ ਖੁਸ਼ ਸਨ। ਇਹ ਮਟਕਾ ਉਹਨਾਂ ਨੂੰ ਧੁੱਪ, ਬਾਰਿਸ਼ ਅਤੇ ਠੰਡ ਤੋਂ ਬਚਾਉਣ ਲਈ ਕਾਫੀ ਸੀ। ਗਰਮੀਆਂ ਵਿੱਚ ਉਹ ਇਸ ਨੂੰ ਠੰਡੀ ਰੇਤ ਵਿੱਚ ਲੁੜਕਾ ਦਿੰਦੇ ਸਨ ਅਤੇ ਸਰਦੀਆਂ ਵਿੱਚ ਇਸ ਨੂੰ ਧੁੱਪ ਵਾਲੀ ਜਗ੍ਹਾ ਤੇ ਲੈ ਆਉਂਦੇ ਸਨ। ਉਹਨਾਂ ਦੀ ਦਿਨਚਰਿਆ ਵੀ ਉਸੇ ਤਰ੍ਹਾਂ ਸਰਲ ਅਤੇ ਪ੍ਰਾਕ੍ਰਿਤਕ ਸੀ। ਉਹ ਸੂਰਜ ਉੱਗਣ ਨਾਲ ਉੱਠਦੇ ਅਤੇ ਆਪਣੀ ਜ਼ਰੂਰਤ ਲਈ ਭੀਖ ਮੰਗਦੇ, ਪਰ ਉਹਨਾਂ ਦਾ ਭੀਖ ਮੰਗਣ ਦਾ ਤਰੀਕਾ ਵੀ ਵੱਖਰਾ ਸੀ। ਉਹ ਅਕਸਰ ਮੂਰਤੀਆਂ ਦੇ ਅੱਗੇ ਹੱਥ ਫੈਲਾ ਕੇ ਭੀਖ ਮੰਗਦੇ ਸਨ। ਜਦੋਂ ਲੋਕ ਉਹਨਾਂ ਤੋਂ ਪੁੱਛਦੇ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ, ਤਾਂ ਉਹ ਜਵਾਬ ਦਿੰਦੇ, ਮੈਂ ਨਕਾਰੇ ਜਾਣ ਦਾ ਅਭਿਆਸ ਕਰ ਰਿਹਾ ਹਾਂ। ਇਸ ਦਾ ਮਤਲਬ ਸੀ ਕਿ ਉਹ ਖੁਦ ਨੂੰ ਮਾਨਸਿਕ ਤੌਰ ਤੇ ਇੰਨਾ ਮਜ਼ਬੂਤ ਬਣਾ ਰਹੇ ਸਨ ਕਿ ਕਿਸੇ ਦੇ ਨਾ ਕਹਿਣ ਨਾਲ ਉਹਨਾਂ ਨੂੰ ਕੋਈ ਫਰਕ ਨਾ ਪਵੇ। ਜਦੋਂ ਉਹ ਲੋਕਾਂ ਤੋਂ ਭੀਖ ਮੰਗਦੇ ਸਨ, ਤਾਂ ਉਹ ਇਹ ਨਹੀਂ ਕਹਿੰਦੇ ਸਨ ਕਿ ਭਗਵਾਨ ਦੇ ਨਾਮ ਤੇ ਕੁਝ ਦੇ ਦਿਓ। ਇਹ ਬਲਕਿ ਕਹਿੰਦੇ ਸਨ, ਜੇ ਤੁਸੀਂ ਕਿਸੇ ਹੋਰ ਨੂੰ ਦਿੰਦੇ ਹੋ ਤਾਂ ਮੈਨੂੰ ਵੀ ਦਿਓ, ਜੇ ਨਹੀਂ ਦਿੰਦੇ ਤਾਂ ਮੁਝ ਤੋਂ ਸ਼ੁਰੂਆਤ ਕਰੋ। ਉਹਨਾਂ ਦਾ ਤਰੀਕਾ ਸਿੱਧਾ ਅਤੇ ਤਰਕਪੂਰਨ ਹੁੰਦਾ ਸੀ। ਉਹਨਾਂ ਨੂੰ ਜੋ ਵੀ ਖਾਣਾ ਮਿਲਦਾ, ਉਹ ਉਸ ਨੂੰ ਉੱਥੇ ਹੀ ਬੈਠ ਕੇ ਖਾ ਲੈਂਦੇ ਸਨ। ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਲੋਕ ਉਹਨਾਂ ਬਾਰੇ ਕੀ ਸੋਚ ਰਹੇ ਹਨ। ਡਾਇਓਜਨੀਸ ਦੀ ਜ਼ਿੰਦਗੀ ਕਿਸੇ ਤਪਸਵੀ ਤੋਂ ਘੱਟ ਨਹੀਂ ਸੀ। ਉਹ ਜਾਣ-ਬੁੱਝ ਕੇ ਖੁਦ ਨੂੰ ਮੁਸ਼ਕਿਲਾਂ ਵਿੱਚ ਪਾਉਂਦੇ ਸਨ ਤਾਂ ਜੋ ਉਹਨਾਂ ਦਾ ਸਰੀਰ ਅਤੇ ਮਨ ਦੋਵੇਂ ਮਜ਼ਬੂਤ ਬਣਨ। ਕੜਕਦੀ ਠੰਡ ਵਿੱਚ ਉਹ ਬਰਫੀਲੀਆਂ ਮੂਰਤੀਆਂ ਨਾਲ ਲਿਪਟ ਜਾਂਦੇ ਸਨ ਤਾਂ ਜੋ ਠੰਡ ਸਹਿਣ ਦੀ ਉਹਨਾਂ ਦੀ ਸਮਰੱਥਾ ਵਧੇ। ਚਿਲਚਿਲਾਉਂਦੀ ਧੁੱਪ ਵਿੱਚ ਉਹ ਗਰਮ ਰੇਤ ਤੇ ਲੇਟ ਜਾਂਦੇ ਸਨ। ਇਹ ਉਹਨਾਂ ਦਾ ਅਸਿਸ ਯਾਨੀ ਆਤਮ ਅਨੁਸ਼ਾਸਨ ਦਾ ਤਰੀਕਾ ਸੀ। ਉਹਨਾਂ ਦਾ ਮੰਨਣਾ ਸੀ ਕਿ ਜਿਸ ਤਰ੍ਹਾਂ ਇੱਕ ਐਥਲੀਟ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਟ੍ਰੇਨਿੰਗ ਕਰਦਾ ਹੈ, ਉਸੇ ਤਰ੍ਹਾਂ ਇੱਕ ਦਾਰਸ਼ਨਿਕ ਨੂੰ ਆਪਣੀ ਆਤਮਾ ਅਤੇ ਮਨ ਨੂੰ ਮਜ਼ਬੂਤ ਬਣਾਉਣ ਲਈ ਟ੍ਰੇਨਿੰਗ ਕਰਨੀ ਚਾਹੀਦੀ ਹੈ। ਉਹਨਾਂ ਦਾ ਮੰਨਣਾ ਸੀ ਕਿ ਸੁੱਖ ਅਤੇ ਦੁੱਖ ਦੋਵੇਂ ਹੀ ਮਨ ਦੀਆਂ ਅਵਸਥਾਵਾਂ ਹਨ ਅਤੇ ਅਭਿਆਸ ਨਾਲ ਅਸੀਂ ਇਹਨਾਂ ਦੋਵਾਂ ਤੇ ਵਿਜੈ ਪਾ ਸਕਦੇ ਹਾਂ। ਜੇ ਅਸੀਂ ਖੁਦ ਨੂੰ ਛੋਟੀਆਂ-ਛੋਟੀਆਂ ਮੁਸ਼ਕਿਲਾਂ ਲਈ ਤਿਆਰ ਕਰ ਲਈਏ ਤਾਂ ਮਹਾਨ ਤੋਂ ਮਹਾਨ ਮੁਸੀਬਤ ਵੀ ਸਾਨੂੰ ਹਿਲਾ ਨਹੀਂ ਸਕਦੀ। ਬਾਜ਼ਾਰ ਵਿੱਚ ਉਹਨਾਂ ਦਾ ਮਟਕਾ ਸਿਰਫ ਉਹਨਾਂ ਦਾ ਘਰ ਨਹੀਂ ਸੀ, ਬਲਕਿ ਉਹਨਾਂ ਦਾ ਮੰਚ ਵੀ ਸੀ। ਉੱਥੋਂ ਹੀ ਉਹ ਦੁਨੀਆ ਦਾ ਤਮਾਸ਼ਾ ਵੇਖਦੇ ਸਨ ਅਤੇ ਲੋਕਾਂ ਨੂੰ ਜੀਵਨ ਦਾ ਪਾਠ ਸਿਖਾਉਂਦੇ ਸਨ। ਲੋਕ ਉਹਨਾਂ ਕੋਲ ਆਉਂਦੇ, ਉਹਨਾਂ ਤੋਂ ਸਵਾਲ ਕਰਦੇ, ਉਹਨਾਂ ਦਾ ਮਜ਼ਾਕ ਉਡਾਉਂਦੇ, ਪਰ ਡਾਇਓਜਨੀਸ ਹਰ ਕਿਸੇ ਨੂੰ ਆਪਣੀ ਹਾਜ਼ਰ ਜਵਾਬੀ ਅਤੇ ਗਹਿਰੇ ਗਿਆਨ ਨਾਲ ਚੁੱਪ ਕਰਾ ਦਿੰਦੇ ਸਨ। ਇੱਕ ਵਾਰ ਇੱਕ ਅਮੀਰ ਆਦਮੀ ਨੇ ਉਹਨਾਂ ਨੂੰ ਆਪਣੇ ਆਲੀਸ਼ਾਨ ਘਰ ਤੇ ਦਾਵਤ ਲਈ ਬੁਲਾਇਆ, ਪਰ ਨਾਲ ਵਿੱਚ ਸ਼ਰਤ ਰੱਖੀ ਕਿ ਉਹ ਘਰ ਵਿੱਚ ਕਿਤੇ ਵੀ ਨਹੀਂ ਥੁੱਕਣਗੇ। ਡਾਇਓਜਨੀਸ ਮੰਨ ਗਏ। ਦਾਵਤ ਦੌਰਾਨ ਉਹਨਾਂ ਨੂੰ ਥੁੱਕਣ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਉਹਨਾਂ ਨੇ ਆਸ-ਪਾਸ ਵੇਖਿਆ। ਹਰ ਪਾਸੇ ਕੀਮਤੀ ਕਾਲੀਨ, ਸ਼ਾਨਦਾਰ ਮੂਰਤੀਆਂ ਅਤੇ ਮਹਿੰਗੀ ਸਜਾਵਟ ਦਾ ਸਮਾਨ ਸੀ। ਉਹਨਾਂ ਨੂੰ ਥੁੱਕਣ ਲਈ ਕੋਈ ਗੰਦੀ ਜਗ੍ਹਾ ਨਹੀਂ ਮਿਲੀ। ਅੰਤ ਵਿੱਚ ਉਹਨਾਂ ਨੇ ਸਿੱਧੇ ਉਸ ਅਮੀਰ ਆਦਮੀ ਦੇ ਮੂੰਹ ਤੇ ਹੀ ਥੁੱਕ ਦਿੱਤਾ। ਜਦੋਂ ਉਸ ਆਦਮੀ ਨੇ ਗੁੱਸੇ ਵਿੱਚ ਇਸ ਦਾ ਕਾਰਨ ਪੁੱਛਿਆ ਤਾਂ ਡਾਇਓਜਨੀਸ ਨੇ ਬੜੀ ਮਾਸੂਮੀਅਤ ਨਾਲ ਜਵਾਬ ਦਿੱਤਾ, ਮੈਨੂੰ ਤੇਰੇ ਪੂਰੇ ਘਰ ਵਿੱਚ ਤੇਰੇ ਚਿਹਰੇ ਤੋਂ ਜ਼ਿਆਦਾ ਗੰਦੀ ਕੋਈ ਜਗ੍ਹਾ ਨਹੀਂ ਮਿਲੀ, ਇਸ ਲਈ ਮੈਂ ਇੱਥੇ ਹੀ ਥੁੱਕ ਦਿੱਤਾ। ਇਹ ਸੀ ਡਾਇਓਜਨੀਸ ਦਾ ਤਰੀਕਾ, ਕੱਟੂ ਪਰ ਸੱਚਾ। ਉਹ ਲੋਕਾਂ ਨੂੰ ਉਹਨਾਂ ਦੀ ਅਸਲੀਅਤ ਦਾ ਆਇਨਾ ਵਿਖਾਉਂਦੇ ਸਨ, ਚਾਹੇ ਉਹ ਤਰੀਕਾ ਕਿੰਨਾ ਵੀ ਕਠੋਰ ਕਿਉਂ ਨਾ ਹੋਵੇ। ਉਹਨਾਂ ਦੀ ਜ਼ਿੰਦਗੀ ਇਸ ਗੱਲ ਦਾ ਪ੍ਰਮਾਣ ਸੀ ਕਿ ਸੱਚੀ ਅਮੀਰੀ ਧਨ ਦੌਲਤ ਵਿੱਚ ਨਹੀਂ, ਬਲਕਿ ਜ਼ਰੂਰਤਾਂ ਨੂੰ ਘਟਾਉਣ ਵਿੱਚ ਹੈ। ਉਹ ਸਿਰਫ ਆਪਣੇ ਮਟਕੇ ਵਿੱਚ ਬੈਠੇ ਨਹੀਂ ਰਹਿੰਦੇ ਸਨ, ਬਲਕਿ ਉਹ ਸਰਗਰਮੀ ਨਾਲ ਸਮਾਜ ਨੂੰ ਚੁਣੌਤੀ ਦੇ ਰਹੇ ਸਨ, ਅਤੇ ਕਦੇ-ਕਦੇ ਤਾਂ ਉਹ ਦਿਨ ਦਿਹਾੜੇ ਹੱਥ ਵਿੱਚ ਲਾਲਟਨ ਲੈ ਕੇ ਕੁਝ ਖੋਜਣ ਨਿਕਲ ਜਾਂਦੇ ਸਨ। ਕੀ ਖੋਜ ਰਹੇ ਸਨ ਅਤੇ ਕੀ ਉਹ ਉਹਨਾਂ ਨੂੰ ਕਦੇ ਮਿਲਿਆ? ਇਸ ਦਾ ਰਹੱਸ ਖੁੱਲੇਗਾ ਅਗਲੇ ਅਧਿਆਇ ਵਿੱਚ। ਅਧਿਆਇ ਨੰਬਰ 5, ਦਿਨ ਵਿੱਚ ਲਾਲਟਨ ਲੈ ਕੇ ਨਿਕਲਿਆ ਉਹ ਪਾਗਲ, ਇੱਕ ਇਮਾਨਦਾਰ ਇਨਸਾਨ ਦੀ ਤਲਾਸ਼। ਡਾਇਓਜਨੀਸ ਨਾਲ ਸੰਬੰਧਤ ਸਭ ਤੋਂ ਮਸ਼ਹੂਰ ਕਹਾਣੀਆਂ ਵਿੱਚੋਂ ਇੱਕ ਹੈ। ਉਹਨਾਂ ਦਾ ਦਿਨ ਦੇ ਉਜਾਲੇ ਵਿੱਚ ਜਲਦੀ ਹੋਈ ਲਾਲਟਨ ਲੈ ਕੇ ਐਥਨਸ ਦੇ ਮਾਰਗਾਂ ਤੇ ਘੁੰਮਣਾ। ਇਹ ਇੱਕ ਅਜਿਹਾ ਦ੍ਰਿਸ਼ ਸੀ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਸੀ। ਲੋਕ ਉਹਨਾਂ ਨੂੰ ਰੋਕ ਕੇ ਪੁੱਛਦੇ, ਡਾਇਓਜਨੀਸ, ਤੁਸੀਂ ਇਹ ਕੀ ਕਰ ਰਹੇ ਹੋ?
ਪਰੀ ਦੁਪਹਿਰ ਵਿੱਚ ਲਾਲਟੈਣ ਦੀ ਕੀ ਜ਼ਰੂਰਤ ਹੈ? ਇਸ ਤੇ ਡਾਇਓਜਨੀਸ ਗੰਭੀਰ ਹੋ ਕੇ ਜਵਾਬ ਦਿੰਦੇ, ਮੈਂ ਇੱਕ ਇਨਸਾਨ ਦੀ ਤਲਾਸ਼ ਕਰ ਰਿਹਾ ਹਾਂ। ਜਦੋਂ ਲੋਕ ਕਹਿੰਦੇ ਕਿ ਇੱਥੇ ਚਾਰੇ ਪਾਸੇ ਇਨਸਾਨ ਹੀ ਤਾਂ ਹਨ, ਤਾਂ ਉਹ ਕਹਿੰਦੇ, ਨਹੀਂ, ਇਹ ਸਭ ਤਾਂ ਸਿਰਫ ਮੁਖੌਟੇ ਹਨ। ਮੈਂ ਇੱਕ ਸੱਚੇ, ਇਮਾਨਦਾਰ ਅਤੇ ਅਸਲੀ ਇਨਸਾਨ ਨੂੰ ਖੋਜ ਰਿਹਾ ਹਾਂ। ਇਹ ਕਹਿ ਕੇ ਉਹ ਆਪਣੀ ਖੋਜ ਜਾਰੀ ਰੱਖਦੇ, ਭੀੜ ਵਿੱਚ ਲੋਕਾਂ ਦੇ ਚਿਹਰਿਆਂ ਤੇ ਲਾਲਟੈਣ ਦੀ ਰੌਸ਼ਨੀ ਪਾਉਂਦੇ, ਉਹਨਾਂ ਨੂੰ ਧਿਆਨ ਨਾਲ ਵੇਖਦੇ, ਜਿਵੇਂ ਉਹ ਉਹਨਾਂ ਦੀ ਆਤਮਾ ਦੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋਣ। ਡਾਇਓਜਨੀਸ ਦਾ ਇਹ ਕੰਮ ਕੋਈ ਪਾਗਲਪਣ ਨਹੀਂ ਸੀ, ਬਲਕਿ ਇੱਕ ਬਹੁਤ ਗਹਿਰਾ ਦਾਰਸ਼ਨਿਕ ਕਾਰਜ ਸੀ। ਇਹ ਐਥਨਜ਼ ਦੇ ਸਮਾਜ ਤੇ ਅਤੇ ਅਸਲ ਵਿੱਚ ਪੂਰੀ ਮਨੁੱਖ ਜਾਤੀ ਤੇ ਇੱਕ ਤਿੱਖਾ ਵਿਅੰਗ ਸੀ। ਉਹ ਇਹ ਕਹਿਣਾ ਚਾਹੁੰਦੇ ਸਨ ਕਿ ਜੋ ਇਹ ਭੀੜ ਦਿਖ ਰਹੀ ਹੈ, ਇਹ ਜੋ ਲੋਕ ਖੁਦ ਨੂੰ ਸਭਿਅਕ ਅਤੇ ਗਿਆਨੀ ਕਹਿੰਦੇ ਹਨ, ਇਹਨਾਂ ਵਿੱਚੋਂ ਕੋਈ ਵੀ ਵਾਸਤਵ ਵਿੱਚ ਇਨਸਾਨ ਕਹਿਲਾਉਣ ਦੇ ਲਾਇਕ ਨਹੀਂ ਹੈ। ਕਿਉਂ? ਕਿਉਂਕਿ ਉਹ ਸਭ ਸਮਾਜ ਦੇ ਬਣਾਏ ਨਿਯਮਾਂ, ਇੱਛਾਵਾਂ ਅਤੇ ਆਕਾਂਖਿਆਵਾਂ ਦੇ ਗੁਲਾਮ ਹਨ। ਕੋਈ ਪੈਸੇ ਦੇ ਪਿੱਛੇ ਭੱਜ ਰਿਹਾ ਹੈ, ਕੋਈ ਸ਼ੋਹਰਤ ਦੇ ਪਿੱਛੇ, ਤਾਂ ਕੋਈ ਤਾਕਤ ਦੇ ਪਿੱਛੇ। ਕੋਈ ਵੀ ਆਪਣੀ ਅਸਲ ਪ੍ਰਕਿਰਤੀ ਵਿੱਚ ਨਹੀਂ ਜੀ ਰਿਹਾ। ਸਭ ਨੇ ਆਪਣੇ ਅਸਲੀ ਚਿਹਰਿਆਂ ਤੇ ਇੱਕ ਮੁਖੌਟਾ ਲਾ ਰੱਖਿਆ ਹੈ, ਚੰਗਿਆਈ ਦਾ, ਗਿਆਨ ਦਾ, ਅਮੀਰੀ ਦਾ, ਸਭਿਅਤਾ ਦਾ। ਡਾਇਓਜਨੀਸ ਉਸੇ ਮੁਖੌਟੇ ਨੂੰ ਉਤਾਰ ਕੇ ਅਸਲੀ ਇਨਸਾਨ ਨੂੰ ਵੇਖਣਾ ਚਾਹੁੰਦੇ ਸਨ। ਉਹਨਾਂ ਦੀ ਇਮਾਨਦਾਰ ਇਨਸਾਨ ਦੀ ਪਰਿਭਾਸ਼ਾ ਬਹੁਤ ਵੱਖਰੀ ਸੀ। ਉਹਨਾਂ ਲਈ ਇਮਾਨਦਾਰ ਉਹ ਨਹੀਂ ਸੀ ਜੋ ਸਿਰਫ ਚੋਰੀ ਜਾਂ ਝੂਠ ਨਹੀਂ ਬੋਲਦਾ। ਉਹਨਾਂ ਲਈ ਇਮਾਨਦਾਰ ਇਨਸਾਨ ਉਹ ਸੀ ਜੋ ਖੁਦ ਦੇ ਪ੍ਰਤੀ ਇਮਾਨਦਾਰ ਹੋਵੇ, ਜੋ ਵਹੀ ਕਰੇ ਜਿਸ ਵਿੱਚ ਉਹ ਵਿਸ਼ਵਾਸ ਕਰਦਾ ਹੈ, ਨਾ ਕਿ ਉਹ ਜੋ ਸਮਾਜ ਉਸ ਤੋਂ ਕਰਵਾਉਣਾ ਚਾਹੁੰਦਾ ਹੈ। ਇੱਕ ਅਜਿਹਾ ਇਨਸਾਨ ਜਿਸ ਨੂੰ ਦੂਜਿਆਂ ਦੀ ਰਾਏ ਤੋਂ ਕੋਈ ਫਰਕ ਨਾ ਪਵੇ, ਜੋ ਆਪਣੀ ਸਾਦਗੀ ਵਿੱਚ ਖੁਸ਼ ਹੋਵੇ ਅਤੇ ਜਿਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਾ ਹੋਵੇ। ਡਾਇਓਜਨੀਸ ਲਈ ਅਜਿਹਾ ਇਨਸਾਨ ਮਿਲਣਾ ਲਗਭਗ ਅਸੰਭਵ ਸੀ। ਉਹਨਾਂ ਦੀ ਖੋਜ ਇਸ ਗੱਲ ਦਾ ਪ੍ਰਤੀਕ ਸੀ ਕਿ ਸਮਾਜ ਨੇ ਇਨਸਾਨ ਨੂੰ ਉਸ ਦੀ ਅਸਲੀਅਤ ਤੋਂ ਕਿੰਨਾ ਦੂਰ ਕਰ ਦਿੱਤਾ ਹੈ। ਅਸੀਂ ਸਭ ਪੈਦਾ ਤਾਂ ਇੱਕ ਆਜ਼ਾਦ ਅਤੇ ਪ੍ਰਾਕ੍ਰਿਤਕ ਪ੍ਰਾਣੀ ਦੇ ਰੂਪ ਵਿੱਚ ਹੁੰਦੇ ਹਾਂ, ਪਰ ਹੌਲੀ-ਹੌਲੀ ਸਮਾਜ ਸਾਨੂੰ ਆਪਣੀਆਂ ਇੱਛਾਵਾਂ, ਉਮੀਦਾਂ ਅਤੇ ਨਿਯਮਾਂ ਦੀਆਂ ਜੰਜੀਰਾਂ ਵਿੱਚ ਕੱਸ ਲੈਂਦਾ ਹੈ। ਅਸੀਂ ਉਹ ਬਣਨ ਦੀ ਕੋਸ਼ਿਸ਼ ਕਰਨ ਲੱਗਦੇ ਹਾਂ ਜੋ ਅਸੀਂ ਹਾਂ ਹੀ ਨਹੀਂ। ਇਹ ਕਹਾਣੀ ਅੱਜ ਦੇ ਸਮੇਂ ਵਿੱਚ ਅਤੇ ਵੀ ਜ਼ਿਆਦਾ ਪ੍ਰਾਸੰਗਿਕ ਹੈ। ਅੱਜ ਅਸੀਂ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜੀ ਰਹੇ ਹਾਂ, ਜਿੱਥੇ ਹਰ ਕੋਈ ਆਪਣੀ ਜ਼ਿੰਦਗੀ ਦਾ ਇੱਕ ਬਿਹਤਰ, ਖੁਸ਼ਹਾਲ ਅਤੇ ਸਫਲ ਸੰਸਕਰਣ ਦੁਨੀਆ ਨੂੰ ਵਿਖਾਉਣ ਵਿੱਚ ਲੱਗਿਆ ਹੈ। ਅਸੀਂ ਆਪਣੀਆਂ ਫੋਟੋਆਂ ਨੂੰ ਫਿਲਟਰ ਕਰਦੇ ਹਾਂ, ਆਪਣੀਆਂ ਪ੍ਰਾਪਤੀਆਂ ਨੂੰ ਵਧਾ ਚੜ੍ਹਾ ਕੇ ਦੱਸਦੇ ਹਾਂ ਅਤੇ ਆਪਣੇ ਦੁੱਖਾਂ ਨੂੰ ਲੁਕਾਉਂਦੇ ਹਾਂ। ਅਸੀਂ ਸਭ ਇੱਕ ਮੁਖੌਟਾ ਪਹਿਨ ਕੇ ਜੀ ਰਹੇ ਹਾਂ। ਜੇ ਅੱਜ ਡਾਇਓਜਨੀਸ ਹੱਥ ਵਿੱਚ ਲਾਲਟਨ ਲੈ ਕੇ ਨਿਕਲਦੇ, ਤਾਂ ਸ਼ਾਇਦ ਉਹਨਾਂ ਨੂੰ ਅੱਜ ਵੀ ਕੋਈ ਇਮਾਨਦਾਰ ਇਨਸਾਨ ਨਹੀਂ ਮਿਲਦਾ। ਕੀ ਤੁਸੀਂ ਖੁਦ ਨੂੰ ਇੱਕ ਇਮਾਨਦਾਰ ਇਨਸਾਨ ਮੰਨਦੇ ਹੋ? ਡਾਇਓਜਨੀਸ ਦੀ ਪਰਿਭਾਸ਼ਾ ਅਨੁਸਾਰ ਕੀ ਤੁਸੀਂ ਉਹੀ ਜੀਵਨ ਜੀ ਰਹੇ ਹੋ ਜੋ ਤੁਸੀਂ ਜੀਣਾ ਚਾਹੁੰਦੇ ਹੋ, ਜਾਂ ਉਹ ਜੋ ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ? ਇਹ ਸਵਾਲ ਖੁਦ ਤੋਂ ਪੁੱਛਣ ਯੋਗ ਹੈ। ਤੁਸੀਂ ਇਸ ਦਾ ਜਵਾਬ ਕਮੈਂਟਸ ਵਿੱਚ ਹਾਂ ਜਾਂ ਨਹੀਂ ਵਿੱਚ ਦੇ ਸਕਦੇ ਹੋ। ਡਾਇਓਜਨੀਸ ਦੀ ਇਹ ਖੋਜ ਕਦੇ ਪੂਰੀ ਨਹੀਂ ਹੋਈ। ਉਹਨਾਂ ਨੂੰ ਕਦੇ ਉਹ ਇਨਸਾਨ ਨਹੀਂ ਮਿਲਿਆ ਜਿਸ ਦੀ ਉਹਨਾਂ ਨੂੰ ਤਲਾਸ਼ ਸੀ, ਪਰ ਇਸ ਪ੍ਰਕਿਰਿਆ ਵਿੱਚ ਉਹਨਾਂ ਨੇ ਪੂਰੀ ਦੁਨੀਆ ਨੂੰ ਇੱਕ ਬਹੁਤ ਅਹਿਮ ਸਬਕ ਸਿਖਾ ਦਿੱਤਾ। ਉਹਨਾਂ ਨੇ ਸਾਨੂੰ ਸਿਖਾਇਆ ਕਿ ਸਾਨੂੰ ਬਾਹਰੀ ਦੁਨੀਆ ਵਿੱਚ ਕਿਸੇ ਆਦਰਸ਼ ਨੂੰ ਖੋਜਣ ਦੀ ਬਜਾਏ ਖੁਦ ਦੇ ਅੰਦਰ ਉਸ ਆਦਰਸ਼ ਨੂੰ ਜਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਖੁਦ ਤੋਂ ਪੁੱਛਣਾ ਚਾਹੀਦਾ ਹੈ ਕਿ ਅਸੀਂ ਸੱਚੇ ਹਾਂ, ਕੀ ਅਸੀਂ ਆਜ਼ਾਦ ਹਾਂ, ਕੀ ਅਸੀਂ ਇਮਾਨਦਾਰ ਹਾਂ। ਉਹਨਾਂ ਦਾ ਲਾਲਟਨ ਲੈ ਕੇ ਘੁੰਮਣਾ ਇੱਕ ਨਿਰੰਤਰ ਚੱਲਣ ਵਾਲੀ ਖੋਜ ਦਾ ਪ੍ਰਤੀਕ ਸੀ, ਇੱਕ ਅਜਿਹੀ ਖੋਜ ਜੋ ਹਰ ਇਨਸਾਨ ਨੂੰ ਆਪਣੇ ਅੰਦਰ ਕਰਨੀ ਚਾਹੀਦੀ ਹੈ। ਉਹਨਾਂ ਦੀ ਇਹ ਖੋਜ ਅਤੇ ਉਹਨਾਂ ਦਾ ਨਿਰਭੀਕ ਸੁਭਾਅ ਉਹਨਾਂ ਨੂੰ ਉਸ ਸਮੇਂ ਦੇ ਮਹਾਨ ਗਿਆਨੀਆਂ ਅਤੇ ਇੱਥੋਂ ਤੱਕ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਦੇ ਸਾਹਮਣੇ ਵੀ ਲੈ ਗਿਆ, ਅਤੇ ਉੱਥੇ ਜੋ ਹੋਇਆ ਉਸਨੇ ਇਤਿਹਾਸ ਰਚ ਦਿੱਤਾ। ਡਾਇਓਜਨੀਸ ਦੀਆਂ ਇਹਨਾਂ ਮੁਲਾਕਾਤਾਂ ਦੀ ਹੈਰਤਅੰਗੇਜ਼ ਕਹਾਣੀ ਅਸੀਂ ਸੁਣਾਂਗੇ ਅਗਲੇ ਅਧਿਆਇ ਵਿੱਚ। ਅਧਿਆਇ ਨੰਬਰ 6, ਸਿਕੰਦਰ, ਪਲੇਟੋ ਅਤੇ ਡਾਇਓਜਨੀਸ। ਜਦੋਂ ਫਕੀਰੀ ਨੇ ਬਾਦਸ਼ਾਹੀ ਨੂੰ ਆਇਨਾ ਵਿਖਾਇਆ, ਡਾਇਓਜਨੀਸ ਕਿਸੇ ਤੋਂ ਨਹੀਂ ਡਰਦੇ ਸਨ। ਉਹਨਾਂ ਲਈ ਇੱਕ ਰਾਜਾ ਅਤੇ ਇੱਕ ਭਿਖਾਰੀ ਵਿੱਚ ਕੋਈ ਅੰਤਰ ਨਹੀਂ ਸੀ। ਉਹ ਹਰ ਕਿਸੇ ਨਾਲ ਸੱਚ ਬੋਲਦੇ ਸਨ ਅਤੇ ਸੱਚ ਹਮੇਸ਼ਾ ਕਟੂ ਹੁੰਦਾ ਹੈ। ਉਸ ਸਮੇਂ ਐਥਨਜ਼ ਵਿੱਚ ਦਰਸ਼ਨ ਸ਼ਾਸਤਰ ਦੇ ਸਭ ਤੋਂ ਮਹਾਨ ਗੁਰੂ ਸਨ ਪਲੇਟੋ, ਜਿਨ੍ਹਾਂ ਨੂੰ ਅਸੀਂ ਅਫਲਾਤੂਨ ਦੇ ਨਾਮ ਨਾਲ ਵੀ ਜਾਣਦੇ ਹਾਂ। ਪਲੇਟੋ ਦੀ ਇੱਕ ਬਹੁਤ ਵਿਸ਼ਾਲ ਅਕਾਦਮੀ ਸੀ ਅਤੇ ਉਹ ਆਪਣੇ ਗਿਆਨ ਅਤੇ ਆਪਣੀ ਭਵਿੱਖ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਸਨ। ਡਾਇਓਜਨੀਸ ਨੂੰ ਪਲੇਟੋ ਦਾ ਇਹ ਦਿਖਾਵਾ ਬਿਲਕੁਲ ਪਸੰਦ ਨਹੀਂ ਸੀ। ਉਹ ਅਕਸਰ ਪਲੇਟੋ ਦੀ ਅਕਾਦਮੀ ਵਿੱਚ ਬਿਨਾਂ ਬੁਲਾਏ ਪਹੁੰਚ ਜਾਂਦੇ ਸਨ ਅਤੇ ਉਹਨਾਂ ਦੇ ਦਰਸ਼ਨ ਦੀ ਖਿੱਲੀ ਉਡਾਉਂਦੇ ਸਨ। ਇੱਕ ਵਾਰ ਪਲੇਟੋ ਆਪਣੇ ਵਿਦਿਆਰਥੀਆਂ ਨੂੰ ਇਨਸਾਨ ਦੀ ਪਰਿਭਾਸ਼ਾ ਦੱਸ ਰਹੇ ਸਨ। ਉਹਨਾਂ ਨੇ ਕਿਹਾ, ਇਨਸਾਨ ਇੱਕ ਦੋ ਪੈਰਾਂ ਵਾਲਾ ਬਿਨਾਂ ਪੰਖਾਂ ਦਾ ਜਾਨਵਰ ਹੈ। ਇਹ ਸੁਣ ਕੇ ਸਾਰੇ ਵਿਦਿਆਰਥੀਆਂ ਨੇ ਤਾੜੀਆਂ ਵਜਾਈਆਂ। ਅਗਲੇ ਦਿਨ ਡਾਇਓਜਨੀਸ ਇੱਕ ਜਿੰਦਾ ਮੁਰਗੇ ਦੇ ਸਾਰੇ ਪੰਖ ਨੋਚ ਕੇ ਪਲੇਟੋ ਦੀ ਅਕਾਦਮੀ ਵਿੱਚ ਲੈ ਗਏ ਅਤੇ ਉਸ ਨੂੰ ਵਿਚਕਾਰ ਰੱਖ ਕੇ ਚੀਕੇ, ਦੇਖੋ, ਇਹ ਰਿਹਾ ਪਲੇਟੋ ਦਾ ਇਨਸਾਨ। ਇਸ ਘਟਨਾ ਨਾਲ ਪਲੇਟੋ ਬਹੁਤ ਸ਼ਰਮਿੰਦਾ ਹੋਏ ਅਤੇ ਉਹਨਾਂ ਨੂੰ ਆਪਣੀ ਪਰਿਭਾਸ਼ਾ ਵਿੱਚ ਸ਼ਾਮਲ ਕਰਨਾ ਪਿਆ।
ਅਤੇ ਜਿਸ ਦੇ 9 ਚਪਟੇ ਹੁੰਦੇ ਹਨ। ਡਾਇਓਜਨੀਸ ਦਾ ਤਰੀਕਾ ਇਹੀ ਸੀ। ਉਹ ਲੰਮੀਆਂ ਚੌੜੀਆਂ ਬਹਿਸਾਂ ਨਹੀਂ ਕਰਦੇ ਸਨ, ਬਲਕਿ ਇੱਕ ਹੀ ਝਟਕੇ ਵਿੱਚ ਆਪਣੀ ਗੱਲ ਸਾਬਤ ਕਰ ਦਿੰਦੇ ਸਨ। ਪਰ ਡਾਇਓਜਨੀਸ ਦੀ ਜ਼ਿੰਦਗੀ ਦੀ ਸਭ ਤੋਂ ਪ੍ਰਸਿੱਧ ਅਤੇ ਅਵਿਸ਼ਵਸਨੀय ਘਟਨਾ ਹੈ ਉਹਨਾਂ ਦੀ ਸਿਕੰਦਰ ਮਹਾਨ ਨਾਲ ਮੁਲਾਕਾਤ। ਸਿਕੰਦਰ, ਜਿਸ ਨੇ ਲਗਭਗ ਪੂਰੀ ਦੁਨੀਆ ਜਿੱਤ ਲਈ ਸੀ, ਜਦੋਂ ਗ੍ਰੀਸ ਆਇਆ ਤਾਂ ਉਸਨੇ ਡਾਇਓਜਨੀਸ ਬਾਰੇ ਬਹੁਤ ਕੁਝ ਸੁਣ ਰੱਖਿਆ ਸੀ। ਉਹ ਖੁਦ ਇਸ ਅਜੀਬ ਦਾਰਸ਼ਨਿਕ ਨਾਲ ਮਿਲਣਾ ਚਾਹੁੰਦਾ ਸੀ। ਇੱਕ ਸਵੇਰ ਸਿਕੰਦਰ ਆਪਣੇ ਸਾਰੇ ਸੈਨਾਪਤੀਆਂ ਅਤੇ ਸੈਨਿਕਾਂ ਨਾਲ ਡਾਇਓਜਨੀਸ ਨੂੰ ਮਿਲਣ ਪਹੁੰਚਿਆ। ਉਸ ਸਮੇਂ ਡਾਇਓਜਨੀਸ ਆਪਣੇ ਮਟਕੇ ਦੇ ਬਾਹਰ ਧੁੱਪ ਸੇਕ ਰਹੇ ਸਨ। ਸਿਕੰਦਰ ਵਰਗੀ ਮਹਾਨ ਹਸਤੀ ਨੂੰ ਆਪਣੀ ਤਰਫ ਆਉਂਦੇ ਵੇਖ ਕੇ ਵੀ ਉਹ ਆਪਣੀ ਜਗ੍ਹਾ ਤੋਂ ਹਿੱਲੇ ਤੱਕ ਨਹੀਂ। ਸਿਕੰਦਰ ਉਹਨਾਂ ਦੇ ਨੇੜੇ ਆ ਕੇ ਉਪਸਥਿਤ ਹੋਇਆ ਤੇ ਬੋਲਿਆ, ਮੈਂ ਹਾਂ ਸਿਕੰਦਰ, ਮਹਾਨ ਸਮਰਾਟ। ਡਾਇਓਜਨੀਸ ਨੇ ਲੇਟੇ-ਲੇਟੇ ਹੀ ਜਵਾਬ ਦਿੱਤਾ, ਅਤੇ ਮੈਂ ਹਾਂ ਡਾਇਓਜਨੀਸ ਕੁੱਤਾ। ਸਿਕੰਦਰ ਉਹਨਾਂ ਦੀ ਇਸ ਬੇਬਾਕੀ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸਨੇ ਕਿਹਾ, ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ। ਮੈਂ ਤੁਹਾਡੀ ਸਾਦਗੀ ਅਤੇ ਗਿਆਨ ਤੋਂ ਬਹੁਤ ਪ੍ਰਭਾਵਿਤ ਹਾਂ। ਤੁਸੀਂ ਮੇਰੇ ਤੋਂ ਕੁਝ ਵੀ ਮੰਗ ਸਕਦੇ ਹੋ, ਮੈਂ ਤੁਹਾਡੀ ਕੋਈ ਵੀ ਇੱਛਾ ਪੂਰੀ ਕਰਾਂਗਾ। ਹੁਣ ਤੁਸੀਂ ਸੋਚੋ, ਉਸ ਫਕੀਰ ਦੇ ਸਾਹਮਣੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਉਪਸਥਿਤ ਸੀ, ਜੋ ਉਸ ਨੂੰ ਕੁਝ ਵੀ ਦੇ ਸਕਦਾ ਸੀ। ਧਨ, ਦੌਲਤ, ਜਾਗੀਰ, ਕੁਝ ਵੀ। ਕੋਈ ਵੀ ਆਮ ਇਨਸਾਨ ਸ਼ਾਇਦ ਇਹੀ ਸਭ ਮੰਗਦਾ, ਪਰ ਡਾਇਓਜਨੀਸ ਆਮ ਇਨਸਾਨ ਨਹੀਂ ਸਨ। ਉਹਨਾਂ ਨੇ ਸਿਕੰਦਰ ਦੀ ਤਰਫ ਵੇਖਿਆ ਅਤੇ ਕਿਹਾ, ਹਾਂ, ਤੁਸੀਂ ਮੇਰੇ ਲਈ ਇੱਕ ਕੰਮ ਕਰ ਸਕਦੇ ਹੋ। ਬਸ ਜ਼ਰਾ ਇੱਕ ਤਰਫ ਹਟ ਜਾਓ। ਤੁਸੀਂ ਮੇਰੀ ਧੁੱਪ ਰੋਕ ਰਹੇ ਹੋ। ਇਹ ਸੁਣ ਕੇ ਸਿਕੰਦਰ ਦੇ ਸਾਰੇ ਸੈਨਾਪਤੀ ਸੰਨ ਰਹਿ ਗਏ। ਉਹਨਾਂ ਨੂੰ ਲੱਗਿਆ ਕਿ ਇਹ ਫਕੀਰ ਪਾਗਲ ਹੋ ਗਿਆ ਹੈ ਅਤੇ ਹੁਣ ਸਿਕੰਦਰ ਇਸ ਦਾ ਸਿਰ ਕਲਮ ਕਰਵਾ ਦੇਵੇਗਾ। ਪਰ ਸਿਕੰਦਰ ਨੂੰ ਗੁੱਸਾ ਨਹੀਂ ਆਇਆ। ਉਹ ਡਾਇਓਜਨੀਸ ਦੀ ਇਸ ਗੱਲ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਹ ਮੁਸਕਰਾਇਆ ਅਤੇ ਉੱਥੋਂ ਹਟ ਗਿਆ। ਜਾਦੇ ਹੋਏ ਉਸਨੇ ਆਪਣੇ ਸੈਨਾਪਤੀਆਂ ਨੂੰ ਕਿਹਾ, ਜੇ ਮੈਂ ਸਿਕੰਦਰ ਨਾ ਹੁੰਦਾ ਤਾਂ ਮੈਂ ਡਾਇਓਜਨੀਸ ਹੋਣਾ ਚਾਹੁੰਦਾ। ਇਹ ਸਿਰਫ ਇੱਕ ਕਹਾਣੀ ਨਹੀਂ ਹੈ, ਇਹ ਦਰਸ਼ਨ ਦਾ ਇੱਕ ਬਹੁਤ ਅਹਿਮ ਪਾਠ ਹੈ। ਇਸ ਇੱਕ ਵਾਕ ਵਿੱਚ ਮੇਰੀ ਧੁੱਪ ਤੋਂ ਹਟ ਜਾਓ, ਡਾਇਓਜਨੀਸ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਅਸਲੀ ਆਜ਼ਾਦੀ ਅਤੇ ਅਮੀਰੀ ਕੀ ਹੁੰਦੀ ਹੈ। ਸਿਕੰਦਰ ਦੇ ਕੋਲ ਦੁਨੀਆ ਦੀ ਸਾਰੀ ਦੌਲਤ ਸੀ, ਪਰ ਉਸ ਦੇ ਕੋਲ ਉਹ ਧੁੱਪ ਨਹੀਂ ਸੀ ਜੋ ਡਾਇਓਜਨੀਸ ਨੂੰ ਮੁਫਤ ਵਿੱਚ ਮਿਲ ਰਹੀ ਸੀ। ਡਾਇਓਜਨੀਸ ਇਹ ਕਹਿਣਾ ਚਾਹੁੰਦੇ ਸਨ ਕਿ ਜੋ ਚੀਜ਼ਾਂ ਪ੍ਰਕਿਰਤੀ ਨੇ ਸਾਨੂੰ ਮੁਫਤ ਵਿੱਚ ਦਿੱਤੀਆਂ ਹਨ, ਜਿਵੇਂ ਧੁੱਪ, ਹਵਾ, ਪਾਣੀ, ਉਹਨਾਂ ਦੀ ਕੀਮਤ ਦੁਨੀਆ ਦੀ ਸਾਰੀ ਦੌਲਤ ਤੋਂ ਜ਼ਿਆਦਾ ਹੈ। ਅਤੇ ਇੱਕ ਸੱਚਾ ਇਨਸਾਨ ਉਹ ਹੈ ਜਿਸ ਨੂੰ ਇਹਨਾਂ ਸੰਸਾਰਿਕ ਚੀਜ਼ਾਂ ਦੀ ਕੋਈ ਇੱਛਾ ਨਾ ਹੋਵੇ, ਜੋ ਆਪਣੀ ਪ੍ਰਾਕ੍ਰਿਤਕ ਅਵਸਥਾ ਵਿੱਚ ਹੀ ਪਰਮ ਸੁਖੀ ਹੋਵੇ। ਸਿਕੰਦਰ ਦੁਨੀਆ ਨੂੰ ਜਿੱਤ ਰਿਹਾ ਸੀ, ਪਰ ਡਾਇਓਜਨੀਸ ਨੇ ਉਸ ਇਨਸਾਨ ਨੂੰ ਜਿੱਤ ਲਿਆ ਸੀ ਜਿਸ ਨੇ ਦੁਨੀਆ ਨੂੰ ਜਿੱਤਿਆ ਸੀ। ਉਹਨਾਂ ਨੇ ਵਿਖਾਇਆ ਕਿ ਜਿਸ ਦੇ ਕੋਲ ਕੁਝ ਵੀ ਗੁਆਉਣ ਨੂੰ ਨਹੀਂ ਹੁੰਦਾ, ਉਹੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਹੁੰਦਾ ਹੈ। ਸਿਕੰਦਰ ਭਾਵੇਂ ਦੁਨੀਆ ਦਾ ਰਾਜਾ ਸੀ, ਪਰ ਉਸ ਪਲ ਵਿੱਚ ਅਸਲੀ ਰਾਜਾ ਡਾਇਓਜਨੀਸ ਸਨ, ਕਿਉਂਕਿ ਉਹ ਪੂਰੀ ਤਰ੍ਹਾਂ ਆਜ਼ਾਦ ਸਨ, ਆਪਣੀਆਂ ਇੱਛਾਵਾਂ ਦੇ ਵੀ ਅਤੇ ਦੂਜਿਆਂ ਦੀਆਂ ਉਮੀਦਾਂ ਦੇ ਵੀ। ਉਹਨਾਂ ਦੀ ਇਹ ਨਿਰਭੀਕਤਾ ਸਿਰਫ ਰਾਜਿਆਂ ਦੇ ਸਾਹਮਣੇ ਹੀ ਨਹੀਂ ਸੀ, ਬਲਕਿ ਉਹਨਾਂ ਦੀ ਜ਼ੁਬਾਨ ਵਿੱਚ ਇੱਕ ਅਜਿਹੀ ਥਾਰ ਸੀ ਜੋ ਕਿਸੇ ਨੂੰ ਵੀ ਕਾਇਲ ਕਰ ਸਕਦੀ ਸੀ। ਉਹਨਾਂ ਦੀ ਹਾਜ਼ਰ ਜਵਾਬੀ ਦੇ ਕਿੱਸੇ ਤਾਂ ਹੋਰ ਵੀ ਮਜ਼ੇਦਾਰ ਹਨ, ਜਿਨ੍ਹਾਂ ਨੂੰ ਅਸੀਂ ਸੁਣਾਂਗੇ ਅਗਲੇ ਅਧਿਆਇ ਵਿੱਚ। ਅਧਿਆਇ ਨੰਬਰ 7, ਹਾਜ਼ਰ ਜਵਾਬੀ ਦਾ ਉਸਤਾਦ। ਜਦੋਂ ਸ਼ਬਦਾਂ ਦੇ ਤੀਰ ਮਹਿਲਾਂ ਨੂੰ ਭੇਦ ਗਏ, ਡਾਇਓਜਨੀਸ ਦੀ ਸਭ ਤੋਂ ਅਹਿਮ ਤਾਕਤ ਸੀ ਉਹਨਾਂ ਦੀ ਜ਼ੁਬਾਨ, ਉਹਨਾਂ ਦੀ ਹਾਜ਼ਰ ਜਵਾਬੀ। ਉਹ ਕਿਸੇ ਵੀ ਗੱਲ ਦਾ ਇਸ ਤਰ੍ਹਾਂ ਜਵਾਬ ਦਿੰਦੇ ਸਨ ਕਿ ਸਾਹਮਣੇ ਵਾਲਾ ਨਿਰੁੱਤਰ ਹੋ ਜਾਂਦਾ ਸੀ। ਉਹਨਾਂ ਦੀਆਂ ਗੱਲਾਂ ਅਕਸਰ ਚੁਭਣ ਵਾਲੀਆਂ, ਅਪਮਾਨਜਨਕ ਅਤੇ ਚੌਂਕਾਉਣ ਵਾਲੀਆਂ ਹੁੰਦੀਆਂ ਸਨ, ਪਰ ਉਹਨਾਂ ਦੇ ਪਿੱਛੇ ਹਮੇਸ਼ਾ ਇੱਕ ਗਹਿਰਾ ਸੱਚ ਅਤੇ ਇੱਕ ਦਾਰਸ਼ਨਿਕ ਸੰਦੇਸ਼ ਛੁਪਿਆ ਹੁੰਦਾ ਸੀ। ਉਹਨਾਂ ਦੀ ਇਸ ਕਲਾ ਨੂੰ ਯੂਨਾਨੀ ਭਾਸ਼ਾ ਵਿੱਚ ਪੈਰਹੇਸੀਆ ਕਿਹਾ ਜਾਂਦਾ ਸੀ, ਜਿਸ ਦਾ ਮਤਲਬ ਹੈ ਬਿਨਾਂ ਡਰੇ ਸੱਚ ਬੋਲਣ ਦੀ ਕਲਾ। ਡਾਇਓਜਨੀਸ ਇਸ ਕਲਾ ਦੇ ਉਸਤਾਦ ਸਨ। ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਅਣਗਿਣਤ ਕਿੱਸੇ ਹਨ ਜੋ ਉਹਨਾਂ ਦੀ ਇਸ ਅਦਭੁਤ ਸਮਰੱਥਾ ਨੂੰ ਦਰਸਾਉਂਦੇ ਹਨ। ਇੱਕ ਵਾਰ ਉਹ ਇੱਕ ਸਾਰਵਜਨਿਕ ਸਭਾ ਵਿੱਚ ਭਾਸ਼ਣ ਦੇ ਰਹੇ ਸਨ, ਪਰ ਕੋਈ ਵੀ ਉਹਨਾਂ ਦੀ ਗੱਲ ਤੇ ਧਿਆਨ ਨਹੀਂ ਦੇ ਰਿਹਾ ਸੀ। ਲੋਕ ਆਪਸ ਵਿੱਚ ਗੱਲਾਂ ਕਰਨ ਵਿੱਚ ਵਿਅਸਤ ਸਨ। ਅਚਾਨਕ ਡਾਇਓਜਨੀਸ ਨੇ ਚਿੜੀਆਂ ਦੀ ਤਰ੍ਹਾਂ ਚਹਿਚਹਾਉਣਾ ਸ਼ੁਰੂ ਕਰ ਦਿੱਤਾ। ਇਹ ਅਜੀਬ ਆਵਾਜ਼ ਸੁਣ ਕੇ ਸਾਰੇ ਲੋਕ ਚੁੱਪ ਹੋ ਗਏ ਅਤੇ ਉਹਨਾਂ ਦੀ ਤਰਫ ਵੇਖਣ ਲੱਗੇ। ਅਤੇ ਡਾਇਓਜਨੀਸ ਨੇ ਉਹਨਾਂ ਤੇ ਚੀਕਦੇ ਹੋਏ ਕਿਹਾ, ਤੁਸੀਂ ਮੂਰਖਾਂ ਨੂੰ ਵੇਖੋ, ਗਿਆਨ ਦੀਆਂ ਗੱਲਾਂ ਸੁਣਨ ਲਈ ਤੁਹਾਡੇ ਕੋਲ ਸਮਾਂ ਨਹੀਂ ਹੈ। ਪਰ ਇੱਕ ਬੇਵਕੂਫੀ ਭਰੀ ਆਵਾਜ਼ ਨੇ ਤੁਹਾਡਾ ਸਾਰਿਆਂ ਦਾ ਧਿਆਨ ਖਿੱਚ ਲਿਆ। ਇੱਕ ਹੋਰ ਕਿੱਸਾ ਹੈ, ਜਦੋਂ ਕੁਝ ਲੋਕ ਡਾਇਓਜਨੀਸ ਨੂੰ ਚਿੜਾਉਂਦੇ ਹੋਏ ਕਹਿ ਰਹੇ ਸਨ ਕਿ ਸਿਨੋਪ ਦੇ ਲੋਕਾਂ ਨੇ ਤੁਹਾਨੂੰ ਦੇਸ਼ ਨਿਕਾਲਾ ਦੇ ਦਿੱਤਾ। ਇਸ ਤੇ ਡਾਇਓਜਨੀਸ ਨੇ ਪਲਟ ਕੇ ਜਵਾਬ ਦਿੱਤਾ, ਹਾਂ, ਉਹਨਾਂ ਨੇ ਮੈਨੂੰ ਦੇਸ਼ ਨਿਕਾਲਾ ਦਿੱਤਾ, ਪਰ ਮੈਂ ਉਹਨਾਂ ਨੂੰ ਉੱਥੇ ਹੀ ਰਹਿਣ ਦੀ ਸਜ਼ਾ ਦਿੱਤੀ ਹੈ। ਇਸ ਇੱਕ ਵਾਕ ਵਿੱਚ ਕਿੰਨਾ ਗਹਿਰਾ ਅਰਥ ਛੁਪਿਆ ਹੈ। ਉਹ ਕਹਿ ਰਹੇ ਸਨ ਕਿ ਤੁਸੀਂ ਲੋਕਾਂ ਨੇ ਮੈਨੂੰ ਤਾਂ ਉਸ ਛੋਟੀ ਜਿਹੀ ਜਗ੍ਹਾ ਤੋਂ ਕੱਢ ਦਿੱਤਾ, ਪਰ ਮੈਂ ਹੁਣ ਪੂਰੀ ਦੁਨੀਆ ਵਿੱਚ ਆਜ਼ਾਦ ਘੁੰਮ ਰਿਹਾ ਹਾਂ, ਜਦਕਿ ਤੁਸੀਂ ਲੋਕ ਅੱਜ ਵੀ ਉਸੇ ਛੋਟੀ ਸੋਚ ਅਤੇ ਉਸੇ ਸ਼ਹਿਰ ਵਿੱਚ ਕੈਦ ਹੋ। ਅਸਲੀ ਸਜ਼ਾ ਤਾਂ ਤੁਹਾਨੂੰ ਮਿਲੀ ਹੈ, ਮੈਨੂੰ ਨਹੀਂ।
ਉਹਨਾਂ ਦੀ ਨਜ਼ਰ ਵਿੱਚ ਅਸਲੀ ਜੇਲ੍ਹ ਸ਼ਹਿਰ ਦੀਆਂ ਦੀਵਾਰਾਂ ਨਹੀਂ, ਬਲਕਿ ਇਨਸਾਨ ਦੇ ਮਨ ਦੀਆਂ ਦੀਵਾਰਾਂ ਹੁੰਦੀਆਂ ਹਨ। ਜੇ ਤੁਸੀਂ ਵੀ ਮੰਨਦੇ ਹੋ ਕਿ ਅਸਲੀ ਆਜ਼ਾਦੀ ਮਨ ਦੀ ਆਜ਼ਾਦੀ ਹੈ, ਤਾਂ ਕਮੈਂਟਸ ਵਿੱਚ ਆਜ਼ਾਦੀ ਜ਼ਰੂਰ ਲਿਖੀ। ਉਹਨਾਂ ਦਾ ਸੈਂਸ ਆਫ ਹਿਊਮਰ ਵੀ ਕਮਾਲ ਦਾ ਸੀ। ਇੱਕ ਵਾਰ ਕਿਸੇ ਨੇ ਉਹਨਾਂ ਤੋਂ ਪੁੱਛਿਆ, ਡਾਇਓਜਨੀਸ ਮਰਨ ਤੋਂ ਬਾਅਦ ਤੁਸੀਂ ਚਾਹੋਗੇ ਕਿ ਤੁਹਾਡੇ ਸਰੀਰ ਨਾਲ ਕੀ ਕੀਤਾ ਜਾਵੇ? ਡਾਇਓਜਨੀਸ ਨੇ ਕਿਹਾ, ਉਸ ਨੂੰ ਇੰਜ ਹੀ ਸੁੱਟ ਦੇਣਾ। ਉਸ ਆਦਮੀ ਨੇ ਹੈਰਾਨ ਹੋ ਕੇ ਕਿਹਾ, ਕੀ ਤੁਸੀਂ ਚਾਹੁੰਦੇ ਹੋ ਕਿ ਜੰਗਲੀ ਜਾਨਵਰ ਅਤੇ ਗਿੱਧ ਤੁਹਾਡੇ ਸਰੀਰ ਨੂੰ ਖਾ ਜਾਣ? ਡਾਇਓਜਨੀਸ ਨੇ ਜਵਾਬ ਦਿੱਤਾ, ਨਹੀਂ, ਮੇਰੇ ਕੋਲ ਇੱਕ ਲਾਠੀ ਰੱਖ ਦੇਣਾ। ਉਸ ਆਦਮੀ ਨੇ ਹੋਰ ਵੀ ਜ਼ਿਆਦਾ ਹੈਰਾਨ ਹੋ ਕੇ ਪੁੱਛਿਆ, ਇੱਕ ਬੇਜਾਨ ਸਰੀਰ ਲਾਠੀ ਦਾ ਕੀ ਕਰੇਗਾ? ਡਾਇਓਜਨੀਸ ਨੇ ਮੁਸਕਰਾ ਕੇ ਕਿਹਾ, ਤਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਬੇਜਾਨ ਸਰੀਰ ਨੂੰ ਜਾਨਵਰਾਂ ਦੇ ਖਾਣ ਨਾਲ ਕੀ ਫਰਕ ਪਵੇਗਾ? ਇਸ ਜਵਾਬ ਨਾਲ ਉਹਨਾਂ ਨੇ ਅੰਤਿਮ ਸੰਸਕਾਰ ਅਤੇ ਮੌਤ ਤੋਂ ਬਾਅਦ ਦੀਆਂ ਰਸਮਾਂ ਦੇ ਪਾਖੰਡ ਤੇ ਕਰਾਰਾ ਪ੍ਰਹਾਰ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਜਦੋਂ ਆਤਮਾ ਹੀ ਨਹੀਂ ਰਹੀ ਤਾਂ ਇਸ ਸਰੀਰ ਦਾ ਕੀ ਮੋਲ, ਇਸ ਦੀ ਚਿੰਤਾ ਕਿਉਂ ਕਰਨੀ? ਇੱਕ ਵਾਰ ਉਹ ਇੱਕ ਬਹੁਤ ਹੀ ਬੁਰੇ ਤੀਰਅੰਦਾਜ਼ ਨੂੰ ਵੇਖ ਰਹੇ ਸਨ, ਜੋ ਤੀਰਅੰਦਾਜ਼ੀ ਦਾ ਅਭਿਆਸ ਕਰ ਰਿਹਾ ਸੀ। ਉਹ ਤੀਰਅੰਦਾਜ਼ ਹਰ ਵਾਰ ਨਿਸ਼ਾਨਾ ਚੁੱਕ ਜਾਂਦਾ ਸੀ ਅਤੇ ਉਸ ਦੇ ਤੀਰ ਲਕਸ਼ ਤੋਂ ਬਹੁਤ ਦੂਰ ਜਾ ਕੇ ਡਿੱਗ ਰਹੇ ਸਨ। ਡਾਇਓਜਨੀਸ ਚੁੱਪਚਾਪ ਉੱਠੇ ਅਤੇ ਜਾ ਕੇ ਉਸ ਲਕਸ਼ ਦੇ ਠੀਕ ਹੇਠਾਂ ਬੈਠ ਗਏ। ਲੋਕਾਂ ਨੇ ਉਹਨਾਂ ਨੂੰ ਕਿਹਾ, ਤੁਸੀਂ ਪਾਗਲ ਹੋ ਕਿ ਤੁਹਾਨੂੰ ਤੀਰ ਲੱਗ ਜਾਵੇਗਾ? ਡਾਇਓਜਨੀਸ ਨੇ ਜਵਾਬ ਦਿੱਤਾ, ਨਹੀਂ, ਇਹ ਦੁਨੀਆ ਦੀ ਸਭ ਤੋਂ ਸੁਰੱਖਿਅਤ ਜਗ੍ਹਾ ਹੈ। ਉਹਨਾਂ ਦਾ ਇਹ ਵਿਅੰਗ ਉਸ ਤੀਰਅੰਦਾਜ਼ ਦੀ ਕਾਬਲੀਅਤ ਤੇ ਸੀ। ਉਹਨਾਂ ਦੀਆਂ ਗੱਲਾਂ ਤੇਜ਼ ਸਨ, ਸਿੱਧੀਆਂ ਸਨ ਅਤੇ ਹਮੇਸ਼ਾ ਨਿਸ਼ਾਨੇ ਤੇ ਲੱਗਦੀਆਂ ਸਨ। ਉਹਨਾਂ ਨੇ ਆਪਣੇ ਸ਼ਬਦਾਂ ਨੂੰ ਇੱਕ ਹਥਿਆਰ ਦੀ ਤਰ੍ਹਾਂ ਵਰਤਿਆ, ਜਿਸ ਨਾਲ ਉਹ ਸਮਾਜ ਦੇ ਪਾਖੰਡ, ਅਗਿਆਨਤਾ ਅਤੇ ਝੂਠੇ ਰੀਤੀ ਰਿਵਾਜਾਂ ਤੇ ਹਮਲਾ ਕਰਦੇ ਸਨ। ਉਹਨਾਂ ਦੀ ਇਹ ਬੇਬਾਕੀ ਅਤੇ ਨਿਡਰਤਾ ਹੀ ਉਹਨਾਂ ਦੀ ਪਹਿਚਾਣ ਸੀ। ਪਰ ਕਦੇ-ਕਦੇ ਹਾਲਾਤ ਅਜਿਹੇ ਵੀ ਬਣੇ ਜਦੋਂ ਉਹਨਾਂ ਦੀ ਇਹ ਨਿਡਰਤਾ ਵੀ ਕੰਮ ਪੈ ਗਈ ਅਤੇ ਉਹਨਾਂ ਨੂੰ ਜੀਵਨ ਦੀ ਸਭ ਤੋਂ ਅਪ੍ਰਤਿਆਸ਼ਿਤ ਅਤੇ ਖਤਰਨਾਕ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇੱਕ ਅਜਿਹਾ ਨਵਾਂ ਰੁੱਖ ਜਦੋਂ ਉਹਨਾਂ ਦੀ ਆਜ਼ਾਦੀ ਹੀ ਖੋਹ ਲਈ ਗਈ। ਕੀ ਹੋਇਆ ਜਦੋਂ ਇਸ ਆਜ਼ਾਦ ਪੰਛੀ ਨੂੰ ਪਿੰਜਰੇ ਵਿੱਚ ਪਾ ਦਿੱਤਾ ਗਿਆ? ਇਸ ਦੀ ਰੋਮਾਂਚਕ ਕਹਾਣੀ ਅਸੀਂ ਜਾਣਾਂਗੇ ਅਗਲੇ ਅਧਿਆਇ ਵਿੱਚ। ਅਧਿਆਇ ਨੰਬਰ 8। ਜਦੋਂ ਇੱਕ ਗੁਲਾਮ ਨੇ ਮਾਲਕ ਨੂੰ ਖਰੀਦਿਆ। ਸਮੁੰਦਰੀ ਡਾਕੂਆਂ ਦੇ ਵਿਚਕਾਰ ਡਾਇਓਜਨੀਸ ਦੀ ਜ਼ਿੰਦਗੀ ਹਮੇਸ਼ਾ ਐਥਨਜ਼ ਦੇ ਮਾਰਗਾਂ ਤੇ ਹੀ ਨਹੀਂ ਬੀਤੀ। ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਵੀ ਦੌਰ ਆਇਆ ਜਦੋਂ ਕਿਸਮਤ ਉਹਨਾਂ ਨੂੰ ਇੱਕ ਬਿਲਕੁਲ ਵੱਖਰੇ ਅਤੇ ਖਤਰਨਾਕ ਸਫ਼ਰ ਤੇ ਲੈ ਗਈ। ਇੱਕ ਵਾਰ ਜਦੋਂ ਉਹ ਸਮੁੰਦਰੀ ਰਸਤੇ ਤੋਂ ਏਜੀਨਾ ਨਾਮ ਦੀ ਜਗ੍ਹਾ ਤੇ ਜਾ ਰਹੇ ਸਨ, ਤਾਂ ਉਹਨਾਂ ਦੇ ਜਹਾਜ਼ ਤੇ ਸਮੁੰਦਰੀ ਡਾਕੂਆਂ ਨੇ ਹਮਲਾ ਕਰ ਦਿੱਤਾ। ਡਾਕੂਆਂ ਨੇ ਜਹਾਜ਼ ਤੇ ਮੌਜੂਦ ਸਾਰੇ ਲੋਕਾਂ ਨੂੰ ਥਾਮ ਲਿਆ, ਜਿਸ ਵਿੱਚ ਡਾਇਓਜਨੀਸ ਵੀ ਸ਼ਾਮਲ ਸਨ। ਉਹਨਾਂ ਦਿਨਾਂ ਵਿੱਚ ਡਾਕੂ ਥਾਮੇ ਹੋਏ ਲੋਕਾਂ ਨੂੰ ਗੁਲਾਮਾਂ ਦੇ ਬਾਜ਼ਾਰ ਵਿੱਚ ਲੈ ਜਾ ਕੇ ਵੇਚ ਦਿੰਦੇ ਸਨ। ਡਾਇਓਜਨੀਸ ਨੂੰ ਵੀ ਥਾਮ ਕੇ ਕ੍ਰੀਟ ਦੇ ਇੱਕ ਗੁਲਾਮ ਬਾਜ਼ਾਰ ਵਿੱਚ ਲੈ ਜਾਇਆ ਗਿਆ। ਹੁਣ ਤੁਸੀਂ ਸੋਚੋ, ਜੋ ਇਨਸਾਨ ਆਪਣੀ ਪੂਰੀ ਜ਼ਿੰਦਗੀ ਆਜ਼ਾਦੀ ਦਾ ਪਾਠ ਸਿਖਾਉਂਦਾ ਰਿਹਾ, ਅੱਜ ਉਹ ਖੁਦ ਇੱਕ ਗੁਲਾਮ ਬਣ ਚੁੱਕਿਆ ਸੀ। ਉਸ ਦੀ ਸਰੀਰਕ ਆਜ਼ਾਦੀ ਪੂਰੀ ਤਰ੍ਹਾਂ ਖੋਹ ਲਈ ਗਈ ਸੀ। ਕੋਈ ਵੀ ਸਾਧਾਰਨ ਇਨਸਾਨ ਇਸ ਸਥਿਤੀ ਵਿੱਚ ਟੁੱਟ ਜਾਂਦਾ, ਰੋਂਦਾ, ਗਿੜਗਿੜਾਉਂਦਾ। ਪਰ ਡਾਇਓਜਨੀਸ ਤਾਂ ਡਾਇਓਜਨੀਸ ਸਨ। ਜਦੋਂ ਨੀਲਾਮੀ ਕਰਨ ਵਾਲੇ ਨੇ ਉਹਨਾਂ ਤੋਂ ਪੁੱਛਿਆ, ਤੁਸੀਂ ਕੀ ਕੰਮ ਕਰ ਸਕਦੇ ਹੋ, ਤਾਂ ਡਾਇਓਜਨੀਸ ਨੇ ਵਿਸ਼ਾਲ ਰੱਬ ਨਾਲ ਜਵਾਬ ਦਿੱਤਾ, ਮੈਂ ਲੋਕਾਂ ਤੇ ਸ਼ਾਸਨ ਕਰ ਸਕਦਾ ਹਾਂ। ਦੇਖੋ ਕਿ ਕਿਸੇ ਨੂੰ ਇੱਕ ਮਾਲਕ ਦੀ ਜ਼ਰੂਰਤ ਹੈ। ਉਹ ਇੱਕ ਗੁਲਾਮ ਦੀ ਤਰ੍ਹਾਂ ਨਹੀਂ, ਬਲਕਿ ਇੱਕ ਰਾਜੇ ਦੀ ਤਰ੍ਹਾਂ ਵਿਹਾਰ ਕਰ ਰਹੇ ਸਨ। ਉਹਨਾਂ ਦਾ ਇਹ ਆਤਮ-ਵਿਸ਼ਵਾਸ ਅਤੇ ਨਿਡਰਤਾ ਵੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਉਹਨਾਂ ਦੀ ਨਜ਼ਰ ਇੱਕ ਬਹੁਤ ਅਮੀਰ ਆਦਮੀ ਤੇ ਪਈ, ਜਿਸ ਦਾ ਨਾਮ ਸੀ ਜ਼ਨੀਆਦੇਸ। ਡਾਇਓਜਨੀਸ ਨੇ ਨੀਲਾਮੀ ਕਰਨ ਵਾਲੇ ਨੂੰ ਕਿਹਾ, ਮੈਨੂੰ ਉਸ ਆਦਮੀ ਨੂੰ ਵੇਚ ਦਿਓ। ਉਸ ਨੂੰ ਇੱਕ ਮਾਲਕ ਦੀ ਜ਼ਰੂਰਤ ਹੈ। ਜ਼ਨੀਆਦੇਸ ਉਹਨਾਂ ਦੇ ਇਸ ਅਨੋਖੇ ਵਿਹਾਰ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਡਾਇਓਜਨੀਸ ਨੂੰ ਖਰੀਦ ਲਿਆ। ਉਹ ਡਾਇਓਜਨੀਸ ਨੂੰ ਆਪਣੇ ਘਰ ਕੋਰਿੰਥ ਲੈ ਗਏ ਅਤੇ ਉਹਨਾਂ ਨੂੰ ਆਪਣੇ ਦੋਵਾਂ ਬੇਟੀਆਂ ਦਾ ਸਿੱਖਿਅਕ ਨਿਯੁਕਤ ਕਰ ਦਿੱਤਾ। ਹੁਣ ਇੱਥੇ ਕਹਾਣੀ ਪੂਰੀ ਤਰ੍ਹਾਂ ਪਲਟ ਗਈ। ਕਾਗਜ਼ ਤੇ ਤਾਂ ਡਾਇਓਜਨੀਸ ਗੁਲਾਮ ਸਨ, ਪਰ ਅਸਲ ਵਿੱਚ ਉਹ ਉਸ ਘਰ ਦੇ ਮਾਲਕ ਬਣ ਗਏ ਸਨ। ਉਹਨਾਂ ਨੇ ਜ਼ਨੀਆਦੇਸ ਦੇ ਘਰ ਦਾ ਪੂਰਾ ਪ੍ਰਬੰਧਨ ਆਪਣੇ ਹੱਥ ਵਿੱਚ ਲੈ ਲਿਆ ਅਤੇ ਉਹਨਾਂ ਦੇ ਬੇਟਿਆਂ ਨੂੰ ਸਿਰਫ ਕਿਤਾਬੀ ਗਿਆਨ ਹੀ ਨਹੀਂ, ਬਲਕਿ ਜੀਵਨ ਜਿਉਣ ਦੀ ਕਲਾ ਵੀ ਸਿਖਾਈ। ਉਹਨਾਂ ਨੇ ਉਹਨਾਂ ਬੱਚਿਆਂ ਨੂੰ ਸਾਦਗੀ ਨਾਲ ਰਹਿਣਾ, ਮਿਹਨਤ ਕਰਨਾ, ਘੋੜੇ ਦੀ ਸਵਾਰੀ ਕਰਨਾ, ਤੀਰ ਚਲਾਉਣਾ ਅਤੇ ਸਭ ਤੋਂ ਉੱਪਰ ਇੱਕ ਅਨੁਸ਼ਾਸਿਤ ਅਤੇ ਨੈਤਿਕ ਜੀਵਨ ਜਿਉਣਾ ਸਿਖਾਇਆ। ਉਹ ਉਹਨਾਂ ਨੂੰ ਦਰਸ਼ਨ ਸ਼ਾਸਤਰ ਦੇ ਗਹਿਰੇ ਪਾਠ ਸਿਖਾਉਂਦੇ ਸਨ। ਜ਼ਨੀਆਦੇਸ ਡਾਇਓਜਨੀਸ ਦੇ ਗਿਆਨ ਅਤੇ ਉਹਨਾਂ ਦੇ ਤਰੀਕਿਆਂ ਤੋਂ ਇੰਨੇ ਖੁਸ਼ ਹੋਏ ਕਿ ਉਹ ਅਕਸਰ ਆਪਣੇ ਦੋਸਤਾਂ ਨੂੰ ਕਹਿੰਦੇ ਸਨ, ਮੇਰੇ ਘਰ ਵਿੱਚ ਇੱਕ ਚੰਗਾ ਦੇਵਤਾ ਆ ਗਿਆ ਹੈ। ਡਾਇਓਜਨੀਸ ਨੇ ਸਾਬਤ ਕਰ ਦਿੱਤਾ ਕਿ ਅਸਲੀ ਗੁਲਾਮੀ ਸਰੀਰ ਦੀ ਨਹੀਂ, ਬਲਕਿ ਮਨ ਦੀ ਹੁੰਦੀ ਹੈ। ਕੋਈ ਤੁਹਾਨੂੰ ਜੰਜੀਰਾਂ ਵਿੱਚ ਤਾਂ ਬੰਨ੍ਹ ਸਕਦਾ ਹੈ, ਪਰ ਤੁਹਾਡੀ ਸੋਚ ਨੂੰ, ਤੁਹਾਡੀ ਆਤਮਾ ਨੂੰ ਗੁਲਾਮ ਨਹੀਂ ਬਣਾ ਸਕਦਾ। ਡਾਇਓਜਨੀਸ ਨੇ ਆਪਣੀ ਬਾਕੀ ਦੀ ਜ਼ਿੰਦਗੀ ਜ਼ਨੀਆਦੇਸ ਦੇ ਪਰਿਵਾਰ ਨਾਲ ਕੋਰਿੰਥ ਵਿੱਚ ਹੀ ਬਿਤਾਈ। ਉਹਨਾਂ ਨੇ ਗੁਲਾਮੀ ਦੀ ਪਰਿਭਾਸ਼ਾ ਹੀ ਬਦਲ ਦਿੱਤੀ। ਉਹ ਇੱਕ ਅਜਿਹੇ ਗੁਲਾਮ ਸਨ ਜੋ ਆਪਣੇ ਮਾਲਕ ਨੂੰ ਆਦੇਸ਼ ਦਿੰਦੇ ਸਨ
ਇੱਕ ਅਜਿਹੇ ਗੁਲਾਮ ਸਨ ਜੋ ਰਾਜਕੁਮਾਰਾਂ ਨੂੰ ਸਿੱਖਿਆ ਦਿੰਦੇ ਸਨ। ਇਹ ਘਟਨਾ ਉਹਨਾਂ ਦੇ ਦਰਸ਼ਨ ਦਾ ਸਭ ਤੋਂ ਅਹਿਮ ਪ੍ਰਮਾਣ ਹੈ। ਉਹ ਜੋ ਕਹਿੰਦੇ ਸਨ, ਉਸ ਨੂੰ ਜਿਉਂਦੇ ਵੀ ਸਨ। ਉਹਨਾਂ ਨੇ ਦੁਨੀਆ ਨੂੰ ਵਿਖਾਇਆ ਕਿ ਪਰਿਸਥਿਤੀਆਂ ਚਾਹੇ ਕਿੰਨੀਆਂ ਵੀ ਬੁਰੀਆਂ ਕਿਉਂ ਨਾ ਹੋਣ, ਜੇ ਤੁਹਾਡਾ ਮਨ ਆਜ਼ਾਦ ਹੈ ਤਾਂ ਤੁਹਾਨੂੰ ਕੋਈ ਵੀ ਗੁਲਾਮ ਨਹੀਂ ਬਣਾ ਸਕਦਾ। ਉਹਨਾਂ ਨੇ ਆਪਣੇ ਜੀਵਨ ਦੇ ਹਰ ਪਲ ਨੂੰ, ਚਾਹੇ ਉਹ ਇੱਕ ਫਕੀਰ ਦਾ ਹੋਵੇ ਜਾਂ ਇੱਕ ਗੁਲਾਮ ਦਾ, ਇੱਕ ਦਾਰਸ਼ਨਿਕ ਸੰਦੇਸ਼ ਵਿੱਚ ਪਰਿਵਰਤਿਤ ਕਰ ਦਿੱਤਾ। ਉਹਨਾਂ ਨੇ ਇੱਕ ਅਜਿਹੀ ਜ਼ਿੰਦਗੀ ਜੀਤੀ ਜੋ ਕਿਸੇ ਵੀ ਕਹਾਣੀ ਤੋਂ ਜ਼ਿਆਦਾ ਰੋਮਾਂਚਕ ਅਤੇ ਕਿਸੇ ਵੀ ਉਪਦੇਸ਼ ਤੋਂ ਜ਼ਿਆਦਾ ਸਿੱਖਿਆਪ੍ਰਦ ਸੀ। ਪਰ ਹਰ ਕਹਾਣੀ ਦਾ ਅੰਤ ਹੁੰਦਾ ਹੈ। ਇਸ ਮਹਾਨ ਅਤੇ ਵਿਦਰੋਹੀ ਦਾਰਸ਼ਨਿਕ ਦਾ ਅੰਤ ਕਿਵੇਂ ਹੋਇਆ ਅਤੇ ਉਹ ਆਪਣੇ ਪਿੱਛੇ ਕੀ ਛੱਡ ਗਏ ਜੋ ਅੱਜ ਵੀ ਸਾਡੇ ਲਈ ਪ੍ਰਾਸੰਗਿਕ ਹੈ, ਇਸ ਤੇ ਗੱਲ ਕਰਾਂਗੇ ਅਸੀਂ ਅਗਲੇ ਅਧਿਆਇ ਵਿੱਚ। ਅਧਿਆਇ ਨੰਬਰ 9, ਇੱਕ ਸੋਚ ਜੋ ਕਦੇ ਨਹੀਂ ਮਰੀ, ਡਾਇਓਜਨੀਜ਼ ਦੀ ਵਿਰਾਸਤ ਅਤੇ ਅੱਜ ਦੀ ਦੁਨੀਆ। ਡਾਇਓਜਨੀਜ਼ ਦੀ ਮੌਤ ਵੀ ਉਹਨਾਂ ਦੀ ਜ਼ਿੰਦਗੀ ਦੀ ਤਰ੍ਹਾਂ ਹੀ ਰਹੱਸ ਅਤੇ ਕਹਾਣੀਆਂ ਨਾਲ ਘਿਰੀ ਹੋਈ ਹੈ। ਕੁਝ ਲੋਕ ਕਹਿੰਦੇ ਹਨ ਕਿ ਉਹਨਾਂ ਨੇ ਆਪਣੀ ਸਾਹ ਰੋਕ ਕੇ ਜਾਨ ਦੇ ਦਿੱਤੀ ਸੀ ਕਿਉਂਕਿ ਉਹ ਬਹੁਤ ਬੁੱਢੇ ਹੋ ਗਏ ਸਨ ਅਤੇ ਹੁਣ ਹੋਰ ਨਹੀਂ ਜੀਣਾ ਚਾਹੁੰਦੇ ਸਨ। ਕੁਝ ਕਹਾਣੀਆਂ ਅਨੁਸਾਰ ਉਹਨਾਂ ਦੀ ਮੌਤ ਕਿਸੇ ਸੰਕਰਮਿਤ ਕੁੱਤੇ ਦੇ ਕੱਟਣ ਕਾਰਨ ਹੋਈ। ਇੱਕ ਹੋਰ ਕਹਾਣੀ ਇਹ ਵੀ ਹੈ ਕਿ ਉਹਨਾਂ ਦੀ ਮੌਤ ਕੱਚਾ ਆਕਟੋਪਸ ਖਾਣ ਦੀ ਵਜ੍ਹਾ ਨਾਲ ਹੋਈ। ਸੱਚ ਜੋ ਵੀ ਹੋਵੇ, ਇੱਕ ਗੱਲ ਤਾਂ ਤੈਅ ਹੈ ਕਿ ਉਹਨਾਂ ਨੇ ਇੱਕ ਭਰਪੂਰ ਅਤੇ ਅਸਾਧਾਰਣ ਜੀਵਨ ਜੀਤਾ। ਉਹਨਾਂ ਦੀ ਮੌਤ ਤੋਂ ਬਾਅਦ ਕੋਰਿੰਥ ਦੇ ਲੋਕਾਂ ਨੇ ਉਹਨਾਂ ਦੇ ਸਨਮਾਨ ਵਿੱਚ ਸੰਗਮਰਮਰ ਦਾ ਇੱਕ ਸਤੰਭ ਬਣਵਾਇਆ ਜਿਸ ਦੇ ਉੱਪਰ ਇੱਕ ਕੁੱਤੇ ਦੀ ਮੂਰਤੀ ਸੀ ਜੋ ਉਹਨਾਂ ਦੀ ਜ਼ਿੰਦਗੀ ਅਤੇ ਦਰਸ਼ਨ ਦਾ ਪ੍ਰਤੀਕ ਸੀ। ਡਾਇਓਜਨੀਸ ਨੇ ਆਪਣੇ ਪਿੱਛੇ ਕੋਈ ਕਿਤਾਬ ਜਾਂ ਲਿਖਤ ਗ੍ਰੰਥ ਨਹੀਂ ਛੱਡਿਆ। ਉਹਨਾਂ ਦੀ ਜ਼ਿੰਦਗੀ ਹੀ ਉਹਨਾਂ ਦਾ ਸੰਦੇਸ਼ ਸੀ, ਪਰ ਉਹਨਾਂ ਦੀ ਸੋਚ, ਉਹਨਾਂ ਦੇ ਵਿਚਾਰ ਇੰਨੇ ਸ਼ਕਤੀਸ਼ਾਲੀ ਸਨ ਕਿ ਉਹ ਉਹਨਾਂ ਦੇ ਜਾਣ ਤੋਂ ਬਾਅਦ ਵੀ ਜਿੰਦਾ ਰਹੇ ਅਤੇ ਉਹਨਾਂ ਨੇ ਆਉਣ ਵਾਲੇ ਕਈ ਦਾਰਸ਼ਨਿਕ ਅੰਦੋਲਨਾਂ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ। ਸਿਨੈਸਿਜ਼ਮ ਯਾਨੀ ਡਾਇਓਜਨੀਸ ਦਾ ਦਰਸ਼ਨ ਅੱਗੇ ਚੱਲ ਕੇ ਸਟੋਇਸਿਜ਼ਮ ਜਾਂ ਵੈਰਾਗਵਾਦ ਦੇ ਦਰਸ਼ਨ ਦੀ ਨੀਂਹ ਬਣਿਆ। ਸਟੋਇਸਿਜ਼ਮ ਦੇ ਸੰਸਥਾਪਕ ਜ਼ੈਨੋ ਡਾਇਓਜਨੀਸ ਦੇ ਇੱਕ ਸ਼ਿਸ਼ ਦੇ ਸ਼ਿਸ਼ ਸਨ। ਸਟੋਇਸਿਜ਼ਮ ਵੀ ਸਾਦਗੀ, ਆਤਮ ਨਿਯੰਤਰਣ ਅਤੇ ਪ੍ਰਕਿਰਤੀ ਅਨੁਸਾਰ ਜੀਵਨ ਜਿਉਣ ਤੇ ਜ਼ੋਰ ਦਿੰਦਾ ਹੈ। ਹਾਲਾਂਕਿ ਉਹਨਾਂ ਦਾ ਤਰੀਕਾ ਡਾਇਓਜਨੀਸ ਦੀ ਤਰ੍ਹਾਂ ਵਿਦਰੋਹੀ ਅਤੇ ਚੌਂਕਾਉਣ ਵਾਲਾ ਨਹੀਂ ਸੀ, ਫਿਰ ਵੀ ਸਟੋਇਸਿਜ਼ਮ ਦੇ ਮੂਲ ਵਿੱਚ ਡਾਇਓਜਨੀਸ ਦੇ ਵਿਚਾਰਾਂ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਡਾਇਓਜਨੀਸ ਦੀ ਵਿਰਾਸਤ ਸਿਰਫ ਦਰਸ਼ਨ ਸ਼ਾਸਤਰ ਦੀਆਂ ਕਿਤਾਬਾਂ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਹ ਅੱਜ ਦੀ ਸਾਡੀ ਭਾਗਮ-ਭਾਗ ਭਰੀ ਉਪਭੋਗਤਾਵਾਦੀ ਦੁਨੀਆ ਲਈ ਇੱਕ ਆਇਨੇ ਦੀ ਤਰ੍ਹਾਂ ਹੈ। ਅੱਜ ਅਸੀਂ ਇੱਕ ਅਜਿਹੀ ਦੁਨੀਆ ਵਿੱਚ ਜੀ ਰਹੇ ਹਾਂ ਜਿੱਥੇ ਸਾਡੀ ਸਫਲਤਾ ਨੂੰ ਇਸ ਗੱਲ ਨਾਲ ਮਾਪਿਆ ਜਾਂਦਾ ਹੈ ਕਿ ਸਾਡੇ ਕੋਲ ਕਿੰਨਾ ਵਿਸ਼ਾਲ ਘਰ ਹੈ, ਕਿੰਨਾ ਮਹਿੰਗਾ ਵਾਹਨ ਹੈ, ਜਾਂ ਸਾਡੇ ਬੈਂਕ ਵਿੱਚ ਕਿੰਨਾ ਪੈਸਾ ਹੈ। ਅਸੀਂ ਸੋਸ਼ਲ ਮੀਡੀਆ ਤੇ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਵੇਖ ਕੇ ਲਗਾਤਾਰ ਇੱਕ ਦਬਾਅ ਵਿੱਚ ਰਹਿੰਦੇ ਹਾਂ। ਸਾਨੂੰ ਹਮੇਸ਼ਾ ਹੋਰ ਜ਼ਿਆਦਾ ਅਤੇ ਬਿਹਤਰ ਦੀ ਤਲਾਸ਼ ਰਹਿੰਦੀ ਹੈ ਅਤੇ ਇਸ ਤਲਾਸ਼ ਵਿੱਚ ਅਸੀਂ ਆਪਣੀ ਮਾਨਸਿਕ ਸ਼ਾਂਤੀ ਅਤੇ ਖੁਸ਼ੀ ਗੁਆ ਦਿੰਦੇ ਹਾਂ। ਅਜਿਹੇ ਵਿੱਚ ਡਾਇਓਜਨੀਸ ਦੀ ਜ਼ਿੰਦਗੀ ਅਤੇ ਉਹਨਾਂ ਦਾ ਦਰਸ਼ਨ ਸਾਨੂੰ ਇੱਕ ਵਿਕਲਪਿਕ ਰਾਹ ਵਿਖਾਉਂਦਾ ਹੈ। ਉਹ ਸਾਨੂੰ ਯਾਦ ਦਿਲਾਉਂਦੇ ਹਨ ਕਿ ਸੱਚੀ ਖੁਸ਼ੀ ਚੀਜ਼ਾਂ ਨੂੰ ਇਕੱਠਾ ਕਰਨ ਵਿੱਚ ਨਹੀਂ, ਬਲਕਿ ਇੱਛਾਵਾਂ ਨੂੰ ਘਟਾਉਣ ਵਿੱਚ ਹੈ। ਕਿ ਉਹ ਸਾਨੂੰ ਸਿਖਾਉਂਦੇ ਹਨ ਕਿ ਸਾਨੂੰ ਸਮਾਜ ਦੇ ਬਣਾਏ ਹੋਏ ਸਫਲਤਾ ਦੇ ਪੈਮਾਨਿਆਂ ਨੂੰ ਅੱਖਾਂ ਬੰਦ ਕਰਕੇ ਸਵੀਕਾਰ ਕਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਆਪਣੇ ਲਈ ਆਪਣੇ ਮੁੱਲ ਖੁਦ ਬਣਾ ਸਕਦੇ ਹਾਂ। ਅੱਜ ਜਦੋਂ ਅਸੀਂ ਜਲਵਾਯੂ ਪਰਿਵਰਤਨ ਅਤੇ ਪਰਿਆਵਰਣ ਦੇ ਸੰਕਟ ਨਾਲ ਸਾਹਮਣਾ ਕਰ ਰਹੇ ਹਾਂ, ਤਾਂ ਡਾਇਓਜਨੀਸ ਦੀ ਸਾਦਗੀ ਅਤੇ ਘੱਟ ਤੋਂ ਘੱਟ ਵਿੱਚ ਗੁਜ਼ਾਰਾ ਕਰਨ ਦੀ ਫਿਲਾਸਫੀ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਉਹ ਸਾਨੂੰ ਇੱਕ ਸਸਟੇਨੇਬਲ ਜੀਵਨ ਸ਼ੈਲੀ ਦੀ ਪ੍ਰੇਰਣਾ ਦਿੰਦੇ ਹਨ। ਜਦੋਂ ਅਸੀਂ ਮਾਨਸਿਕ ਤਣਾਅ, ਚਿੰਤਾ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਨਾਲ ਮੁਕਾਬਲਾ ਕਰ ਰਹੇ ਹਾਂ, ਤਾਂ ਡਾਇਓਜਨੀਸ ਦੀ ਆਤਮਨਿਰਭਰਤਾ ਅਤੇ ਬਾਹਰੀ ਚੀਜ਼ਾਂ ਤੇ ਖੁਸ਼ੀ ਲਈ ਨਿਰਭਰ ਨਾ ਰਹਿਣ ਦੀ ਸੀਖ ਇੱਕ ਦਵਾਈ ਦੀ ਤਰ੍ਹਾਂ ਕੰਮ ਕਰ ਸਕਦੀ ਹੈ। ਉਹ ਸਾਨੂੰ ਆਪਣੇ ਅੰਦਰ ਖੁਸ਼ੀ ਖੋਜਣਾ ਸਿਖਾਉਂਦੇ ਹਨ। ਡਾਇਓਜਨੀਸ ਸਾਨੂੰ ਹਰ ਉਸ ਚੀਜ਼ ਤੇ ਸਵਾਲ ਉਠਾਉਣਾ ਸਿਖਾਉਂਦੇ ਹਨ ਜਿਸ ਨੂੰ ਅਸੀਂ ਮੰਨ ਕੇ ਚੱਲ ਰਹੇ ਹਾਂ। ਉਹ ਸਾਨੂੰ ਇੱਕ ਆਲੋਚਕ ਦੀ ਨਜ਼ਰ ਨਾਲ ਦੁਨੀਆ ਨੂੰ ਵੇਖਣ ਲਈ ਪ੍ਰੇਰਿਤ ਕਰਦੇ ਹਨ। ਉਹ ਸਾਨੂੰ ਪੀੜ ਦਾ ਹਿੱਸਾ ਬਣਨ ਦੀ ਬਜਾਏ ਆਪਣੀ ਵੱਖਰੀ ਰਾਹ ਬਣਾਉਣ ਲਈ ਪ੍ਰੋਤਸਾਹਿਤ ਕਰਦੇ ਹਨ। ਉਹਨਾਂ ਦੀ ਕਹਾਣੀ ਸਾਨੂੰ ਇਹ ਹਿੰਮਤ ਦਿੰਦੀ ਹੈ ਕਿ ਜੇ ਸਾਨੂੰ ਕੋਈ ਚੀਜ਼ ਗਲਤ ਲੱਗਦੀ ਹੈ ਤਾਂ ਅਸੀਂ ਉਸ ਦੇ ਖਿਲਾਫ ਆਵਾਜ਼ ਉਠਾਈਏ, ਭਾਵੇਂ ਪੂਰੀ ਦੁਨੀਆ ਸਾਡੇ ਖਿਲਾਫ ਕਿਉਂ ਨਾ ਹੋਵੇ। ਉਹ ਇੱਕ ਵਿਅਕਤੀ ਦੀ ਕ੍ਰਾਂਤੀ ਸਨ। ਉਹਨਾਂ ਦੀ ਵਿਰਾਸਤ ਇਹੀ ਹੈ: ਸਵਾਲ ਪੁੱਛਣ ਦੀ ਹਿੰਮਤ, ਸੱਚ ਬੋਲਣ ਦਾ ਸਾਹਸ ਅਤੇ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜਿਉਣ ਦੀ ਆਜ਼ਾਦੀ। ਅਸੀਂ ਉਹਨਾਂ ਦੀ ਪੂਰੀ ਕਹਾਣੀ ਸੁਣੀ, ਉਹਨਾਂ ਦੇ ਦਰਸ਼ਨ ਨੂੰ ਸਮਝਿਆ, ਪਰ ਅੰਤ ਵਿੱਚ ਉਹ ਕਿਹੜੀਆਂ ਮੁੱਖ ਗੱਲਾਂ ਹਨ ਜੋ ਅਸੀਂ ਐਥਨਸ ਦੇ ਇਸ ਪਾਗਲ ਦਾਰਸ਼ਨਿਕ ਤੋਂ ਸਿੱਖ ਕੇ ਆਪਣੀ ਜ਼ਿੰਦਗੀ ਵਿੱਚ ਉਤਾਰ ਸਕਦੇ ਹਾਂ। ਇਹਨਾਂ ਸਾਰੀਆਂ ਸਿੱਖਿਆਵਾਂ ਦਾ ਸਾਰ ਅਸੀਂ ਜਾਣਾਂਗੇ ਇਸ ਆਡੀਓ ਬੁੱਕ ਦੇ ਅੰਤਿਮ ਅਧਿਆਇ ਵਿੱਚ। ਅਧਿਆਇ ਨੰਬਰ 10, ਐਥਨਸ ਦੇ ਉਸ ਪਾਗਲ ਤੋਂ ਸਿੱਖਣ ਵਾਲੀਆਂ ਗੱਲਾਂ। ਡਾਇਓਜਨੀਸ ਦੇ ਜੀਵਨ ਦਾ ਸਾਰ। ਦੋਸਤੋ, ਅਸੀਂ ਡਾਇਓਜਨੀਸ ਦੀ ਅਦਭੁਤ ਅਤੇ ਪ੍ਰੇਰਣਾਦਾਇਕ ਕਹਾਣੀ ਸੁਣੀ। ਅਸੀਂ ਵੇਖਿਆ ਕਿ ਕਿਵੇਂ ਇੱਕ ਅਮੀਰ ਬੈਂਕਰ ਦਾ ਬੇਟਾ
ਸਭ ਕੁਝ ਗੁਆ ਕੇ ਦੁਨੀਆ ਦਾ ਸਭ ਤੋਂ ਆਜ਼ਾਦ ਇਨਸਾਨ ਬਣ ਗਿਆ। ਅਸੀਂ ਉਹਨਾਂ ਦੇ ਦਰਸ਼ਨ ਨੂੰ ਸਮਝਿਆ ਅਤੇ ਉਹਨਾਂ ਦੀ ਜ਼ਿੰਦਗੀ ਦੇ ਰੋਮਾਂਚਕ ਕਿੱਸਿਆਂ ਨੂੰ ਜਾਣਿਆ। ਹੁਣ ਇਸ ਸਫ਼ਰ ਦੇ ਅੰਤ ਵਿੱਚ ਆਓ ਉਹਨਾਂ ਮੁੱਖ ਸਿੱਖਿਆਵਾਂ ਨੂੰ ਇਕੱਠੀਆਂ ਸਮੇਟੀਏ ਜੋ ਅਸੀਂ ਡਾਇਓਜਨੀਜ਼ ਦੀ ਜ਼ਿੰਦਗੀ ਤੋਂ ਸਿੱਖ ਸਕਦੇ ਹਾਂ ਅਤੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਹ ਉਹ ਸਬਕ ਹਨ ਜੋ ਅੱਜ ਵੀ ਉਸੇ ਤਰ੍ਹਾਂ ਪ੍ਰਾਸੰਗਿਕ ਹਨ ਜਿੰਨੇ 2500 ਸਾਲ ਪਹਿਲਾਂ ਸਨ। ਪਹਿਲੀ ਅਤੇ ਸਭ ਤੋਂ ਅਹਿਮ ਸਿੱਖ ਹੈ ਸਾਦਗੀ ਵਿੱਚ ਸੁੱਖ। ਡਾਇਓਜਨੀਸ ਨੇ ਸਾਨੂੰ ਵਿਖਾਇਆ ਕਿ ਸੱਚੀ ਅਮੀਰੀ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਪਾਉਣ ਵਿੱਚ ਨਹੀਂ ਬਲਕਿ ਕਮ ਤੋਂ ਕਮ ਵਿੱਚ ਸੰਤੁਸ਼ਟ ਰਹਿਣ ਵਿੱਚ ਹੈ। ਸਾਡੀਆਂ ਜ਼ਿਆਦਾਤਰ ਚਿੰਤਾਵਾਂ ਅਤੇ ਤਣਾਅ ਸਾਡੀਆਂ ਵੱਧਦੀਆਂ ਹੋਈਆਂ ਇੱਛਾਵਾਂ ਦਾ ਨਤੀਜਾ ਹਨ। ਜਦੋਂ ਅਸੀਂ ਆਪਣੀਆਂ ਜ਼ਰੂਰਤਾਂ ਘਟਾ ਲੈਂਦੇ ਹਾਂ ਤਾਂ ਅਸੀਂ ਆਪਣੇ ਆਪ ਹੀ ਜ਼ਿਆਦਾ ਸ਼ਾਂਤ, ਜ਼ਿਆਦਾ ਖੁਸ਼ ਅਤੇ ਜ਼ਿਆਦਾ ਆਜ਼ਾਦ ਮਹਿਸੂਸ ਕਰਦੇ ਹਾਂ। ਤਾਂ ਅਗਲੀ ਵਾਰ ਜਦੋਂ ਤੁਸੀਂ ਕੋਈ ਮਹਿੰਗੀ ਚੀਜ਼ ਖਰੀਦਣ ਦੀ ਸੋਚੋ ਤਾਂ ਇੱਕ ਪਲ ਰੁਕ ਕੇ ਖੁਦ ਤੋਂ ਪੁੱਛੋ ਕਿ ਮੈਨੂੰ ਸੱਚਮੁੱਚ ਇਸ ਦੀ ਜ਼ਰੂਰਤ ਹੈ ਜਾਂ ਮੈਂ ਬਸ ਸਮਾਜ ਨੂੰ ਵਿਖਾਉਣ ਲਈ ਇਹ ਕਰ ਰਿਹਾ ਹਾਂ। ਦੂਜੀ ਸਿੱਖ ਹੈ ਮਾਨਸਿਕ ਸੁਤੰਤਰਤਾ। ਡਾਇਓਜਨੀਸ ਦਾ ਮੰਨਣਾ ਸੀ ਕਿ ਅਸਲੀ ਆਜ਼ਾਦੀ ਬਾਹਰੀ ਪਰਿਸਥਿਤੀਆਂ ਵਿੱਚ ਨਹੀਂ ਬਲਕਿ ਸਾਡੇ ਮਨ ਵਿੱਚ ਹੁੰਦੀ ਹੈ। ਸਾਨੂੰ ਦੂਜਿਆਂ ਦੀ ਰਾਏ ਦਾ ਗੁਲਾਮ ਨਹੀਂ ਬਣਨਾ ਚਾਹੀਦਾ। ਲੋਕ ਸਾਡੇ ਬਾਰੇ ਕੀ ਸੋਚਦੇ ਹਨ, ਇਹ ਉਹਨਾਂ ਦੀ ਸਮੱਸਿਆ ਹੈ, ਸਾਡੀ ਨਹੀਂ। ਜਦੋਂ ਅਸੀਂ ਆਪਣੀ ਖੁਸ਼ੀ ਦਾ ਰਿਮੋਟ ਕੰਟਰੋਲ ਦੂਜਿਆਂ ਦੇ ਹੱਥ ਵਿੱਚ ਦੇਣਾ ਬੰਦ ਕਰ ਦਿੰਦੇ ਹਾਂ ਤਦ ਹੀ ਅਸੀਂ ਸਹੀ ਮਾਇਨਿਆਂ ਵਿੱਚ ਆਜ਼ਾਦ ਹੁੰਦੇ ਹਾਂ। ਸਾਨੂੰ ਤਾਰੀਫ ਤੋਂ ਬਹੁਤ ਜ਼ਿਆਦਾ ਖੁਸ਼ ਅਤੇ ਆਲੋਚਨਾ ਤੋਂ ਬਹੁਤ ਜ਼ਿਆਦਾ ਦੁਖੀ ਨਹੀਂ ਹੋਣਾ ਚਾਹੀਦਾ। ਸਾਡੀ ਕੀਮਤ ਸਾਨੂੰ ਖੁਦ ਤੈਅ ਕਰਨੀ ਹੈ, ਕਿਸੇ ਹੋਰ ਨੂੰ ਇਹ ਹੱਕ ਨਹੀਂ ਦੇਣਾ। ਤੀਜੀ ਮਹੱਤਵਪੂਰਨ ਸਿੱਖ ਹੈ ਪ੍ਰਕਿਰਤੀ ਨਾਲ ਸੰਬੰਧ ਬਣਾਉਣਾ। ਡਾਇਓਜਨੀਸ ਸਾਨੂੰ ਯਾਦ ਦਿਲਾਉਂਦੇ ਹਨ ਕਿ ਅਸੀਂ ਇਸ ਪ੍ਰਕਿਰਤੀ ਦਾ ਹਿੱਸਾ ਹਾਂ। ਸਾਨੂੰ ਸਮਾਜ ਦੇ ਬਣਾਏ ਹੋਏ ਕ੍ਰਿਤਰਿਮ ਅਤੇ ਜਟਿਲ ਨਿਯਮਾਂ ਤੋਂ ਬਾਹਰ ਨਿਕਲ ਕੇ ਪ੍ਰਕਿਰਤੀ ਦੀ ਸਰਲਤਾ ਨੂੰ ਅਪਣਾਉਣਾ ਚਾਹੀਦਾ। ਕਦੇ-ਕਦੇ ਬਸ ਖੁੱਲ੍ਹੀ ਹਵਾ ਵਿੱਚ ਸਾਹ ਲੈਣਾ, ਸੂਰਜ ਦੀ ਧੁੱਪ ਸੇਕਣਾ ਜਾਂ ਬਾਰਿਸ਼ ਵਿੱਚ ਭਿੱਜਣਾ ਸਾਨੂੰ ਉਹ ਖੁਸ਼ੀ ਦੇ ਸਕਦਾ ਹੈ ਜੋ ਦੁਨੀਆ ਦੀ ਕੋਈ ਵੀ ਮਹਿੰਗੀ ਚੀਜ਼ ਨਹੀਂ ਦੇ ਸਕਦੀ। ਸਾਨੂੰ ਆਪਣੇ ਮੂਲ ਵੱਲ ਮੁੜਨਾ ਹੋਵੇਗਾ ਅਤੇ ਇੱਕ ਜ਼ਿਆਦਾ ਪ੍ਰਾਕ੍ਰਿਤਕ ਅਤੇ ਸੰਤੁਲਿਤ ਜੀਵਨ ਜਿਉਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਚੌਥੀ ਸਿੱਖ ਹੈ ਸੱਚ ਬੋਲਣ ਦਾ ਸਾਹਸ। ਡਾਇਓਜਨੀਸ ਨੇ ਸਾਨੂੰ ਸਿਖਾਇਆ ਕਿ ਸਾਨੂੰ ਸੱਚ ਬੋਲਣ ਤੋਂ ਕਦੇ ਨਹੀਂ ਡਰਨਾ ਚਾਹੀਦਾ, ਚਾਹੇ ਉਹ ਸੱਚ ਕਿੰਨਾ ਵੀ ਕਟੂ ਕਿਉਂ ਨਾ ਹੋਵੇ। ਸਾਨੂੰ ਪਾਖੰਡ ਅਤੇ ਅਨਿਆਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ। ਇਹ ਜ਼ਰੂਰੀ ਨਹੀਂ ਕਿ ਅਸੀਂ ਉਹਨਾਂ ਦੀ ਤਰ੍ਹਾਂ ਵਿਦਰੋਹੀ ਬਣੀਏ, ਪਰ ਅਸੀਂ ਆਪਣੀ ਜ਼ਿੰਦਗੀ ਵਿੱਚ, ਆਪਣੇ ਪਰਿਵਾਰ ਵਿੱਚ, ਆਪਣੇ ਕੰਮ ਦੀ ਜਗ੍ਹਾ ਤੇ ਜਿੱਥੇ ਵੀ ਸਾਨੂੰ ਕੁਝ ਗਲਤ ਦਿਖੇ ਉੱਥੇ ਚੁੱਪ ਨਾ ਰਹੀਏ। ਇੱਕ ਇਮਾਨਦਾਰ ਅਤੇ ਸੱਚੀ ਜ਼ਿੰਦਗੀ ਜਿਉਣ ਲਈ ਸਾਹਸ ਦੀ ਜ਼ਰੂਰਤ ਹੁੰਦੀ ਹੈ ਅਤੇ ਡਾਇਓਜਨੀਸ ਉਸ ਸਾਹਸ ਦੇ ਸਭ ਤੋਂ ਮਹਾਨ ਪ੍ਰਤੀਕ ਹਨ। ਅਤੇ ਪੰਜਵੀਂ ਅਤੇ ਅੰਤਿਮ ਸਿੱਖ ਹੈ ਹਰ ਚੀਜ਼ ਤੇ ਸਵਾਲ ਉਠਾਓ। ਸਾਨੂੰ ਕਿਸੇ ਵੀ ਨਿਯਮ, ਪਰੰਪਰਾ ਜਾਂ ਮਾਨਤਾ ਨੂੰ ਸਿਰਫ ਇਸ ਲਈ ਨਹੀਂ ਮੰਨ ਲੈਣਾ ਚਾਹੀਦਾ ਕਿਉਂਕਿ ਸਾਰੇ ਲੋਕ ਉਸ ਨੂੰ ਮੰਨਦੇ ਆ ਰਹੇ ਹਨ। ਸਾਨੂੰ ਆਪਣੀ ਬੁੱਧ ਅਤੇ ਵਿਵੇਕ ਦਾ ਇਸਤੇਮਾਲ ਕਰਨਾ ਚਾਹੀਦਾ। ਸਾਨੂੰ ਪੁੱਛਣਾ ਚਾਹੀਦਾ ਕਿਉਂ ਇਹ ਅਜਿਹਾ ਕਿਉਂ ਹੈ, ਕੀ ਇਹ ਸਹੀ ਹੈ, ਕੀ ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਜਦੋਂ ਅਸੀਂ ਸਵਾਲ ਪੁੱਛਣਾ ਸ਼ੁਰੂ ਕਰਦੇ ਹਾਂ ਤਦ ਹੀ ਅਸੀਂ ਅਗਿਆਨਤਾ ਦੇ ਅੰਧੇਰੇ ਤੋਂ ਬਾਹਰ ਨਿਕਲਦੇ ਹਾਂ ਅਤੇ ਗਿਆਨ ਦੇ ਪ੍ਰਕਾਸ਼ ਵੱਲ ਜਾਂਦੇ ਹਾਂ। ਡਾਇਓਜਨੀਸ ਦੀ ਕਹਾਣੀ ਸਿਰਫ ਇੱਕ ਪੁਰਾਣੇ ਦਾਰਸ਼ਨਿਕ ਦੀ ਜੀਵਨੀ ਨਹੀਂ ਹੈ, ਇਹ ਇੱਕ ਜੀਵਨ ਸ਼ੈਲੀ ਹੈ, ਇੱਕ ਚੁਣੌਤੀ ਹੈ, ਇੱਕ ਪ੍ਰੇਰਣਾ ਹੈ। ਇਹ ਸਾਨੂੰ ਆਪਣੀ ਜ਼ਿੰਦਗੀ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਵੇਖਣ ਲਈ ਮਜਬੂਰ ਕਰਦੀ ਹੈ। ਉਹ ਸਾਨੂੰ ਸਿਖਾਉਂਦੇ ਹਨ ਕਿ ਅਸਲੀ ਬਾਦਸ਼ਾਹਤ ਬਾਹਰੀ ਸ਼ਾਨੋ ਸ਼ੌਕਤ ਵਿੱਚ ਨਹੀਂ ਬਲਕਿ ਮਨ ਦੀ ਫਕੀਰੀ ਵਿੱਚ ਹੈ। ਤਾਂ ਦੋਸਤੋ, ਇਹ ਸੀ ਕਹਾਣੀ ਡਾਇਓਜਨੀਸ ਦੀ, ਉਹ ਇਨਸਾਨ ਜਿਸ ਨੂੰ ਦੁਨੀਆ ਪਾਗਲ ਸਮਝਦੀ ਸੀ ਪਰ ਜੋ ਸ਼ਾਇਦ ਸਾਨੂੰ ਸਾਰਿਆਂ ਤੋਂ ਜ਼ਿਆਦਾ ਸਮਝਦਾਰ ਸੀ। ਮੈਨੂੰ ਉਮੀਦ ਹੈ ਕਿ ਇਹ ਆਡੀਓ ਬੁੱਕ ਨੇ ਤੁਹਾਨੂੰ ਸੋਚਣ ਲਈ ਮਜਬੂਰ ਕੀਤਾ ਹੋਵੇਗਾ ਅਤੇ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੁਝ ਨਵੀਆਂ ਦਿਸ਼ਾਵਾਂ ਦਿੱਤੀਆਂ ਹੋਣਗੀਆਂ। ਇਸ ਆਡੀਓ ਬੁੱਕ ਨੂੰ ਇੱਥੇ ਤੱਕ ਪੂਰਾ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।